ਧੰਨ ਵਾਹਿਗੁਰੂ ਸਾਹਿਬ ਜੀਓ। ਜਿਉਂ ਜਾਨਹੁ ਤਿਉਂ ਰਾਖ, ਹਰ ਪ੍ਰਭ ਤੇਰਿਆ। ਕੀਤੇ ਗਣਹੁ ਅਸੰਖ, ਅਵਗੁਣ ਮੇਰਿਆ। ਅਸੰਖ ਅਵਗੁਣ ਖਤੇ ਫੇਰੇ, ਨਿਤ ਪ੍ਰਤ ਸਦ ਭੂਲੀਐ। ਮੋਹ ਮਗਨ ਬਿਕਰਾਲ ਮਾਇਆ, ਤਉ ਪ੍ਰਸਾਦੀ ਘੂਲੀਐ। ਲੋਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰਹੂੰ ਤੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰਹੁ, ਕਾਢ ਭਵ ਜਲ ਫੇਰਿਆ। ਬਿਨਵੰਤ ਨਾਨਕ ਦਇਆ ਧਾਰਹੁ, ਕਾਢ ਭਵ ਜਲ ਫੇਰਿਆ। ਜੁਗਹੁ ਜੁਗ ਅਟਲ, ਚਵਰ ਛਤਰ ਅਤੇ ਤਖਤਾਂ ਦੇ ਮਾਲਕ, ਵਾਲੀਏ ਕੁਲ ਆਲਮ, ਸ਼ਬਦਾ ਅਵਤਾਰ, ਸਰਬ ਸਾਂਝੀ ਵਾਲਤਾ ਦੇ ਰਹਿਬਰ, ਗਰੀਬ ਨਵਾਜ ਸਤਿਗੁਰੂ ਸਾਹਿਬ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਬੈਠ ਕਰਕੇ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ 'ਤੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ, ਗੁਰੂ ਸਵਾਰੇ ਸਾਧ ਸੰਗਤ, ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਸਮਾਂ ਬਖਸ਼ਿਸ਼ ਕੀਤਾ ਹੈ, ਇਸ ਦਾ ਲਾਹਾ ਲਈਏ। ਸਤਿਗੁਰਾਂ ਦੇ ਪਾਵਨ ਸ਼ਬਦ ਦੀ ਚੱਲ ਰਹੀ ਲੜੀਵਾਰ ਵਿਚਾਰ ਦਾ ਸਮਾਂ ਹੋਇਆ ਹੈ, ਜਿਸ ਦਾ ਮੂਲ ਪਾਠ ਆਪ ਜੀ ਨੇ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਜੀ ਪਾਸੋਂ ਸ਼ਰਵਨ ਕੀਤਾ ਹੈ। ਸਤਿਗੁਰੂ ਕਿਰਪਾ ਕਰਨ, ਆਪ ਹੀ ਆਪਣੀ ਕਿਰਪਾ ਰਹਿਮਤ ਦਾ ਦੁਆਰਾ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਵਾ ਲੈਣ। ਸਤਿਗੁਰ ਜੀ ਦੇ ਚਰਨਾਂ ਵਿੱਚ ਨਿਵਾਈਏ ਸੀਸ, ਫਤਿਹ ਦੀ ਸਾਂਝ ਪਾਈਏ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਚੌਥਾ। ਸੁਤਿਆ ਹਰਿ ਪ੍ਰਭ ਚੇਤ ਮਨ, ਹਰਿ ਸਹਿਜ ਸਮਾਧ ਸਮਾਏ। ਅੱਜ ਦਾ ਇਹ ਪਾਵਨ ਸ਼ਬਦ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੁਆਰਾ ਬਖਸ਼ਿਸ਼ ਕੀਤਾ ਹੋਇਆ ਹੈ। ਇਸ ਪਾਵਨ ਸ਼ਬਦ ਦੇ ਪਹਿਲੇ ਸ਼ਲੋਕ ਦੇ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸੁਚੇਤ ਕਰ ਰਹੇ ਹਨ। ਜੋ ਪਹਿਲਾ ਸ਼ਬਦ ਸਤਿਗੁਰ ਜੀ ਨੇ ਸਾਨੂੰ ਇਸ ਪਾਵਨ ਸ਼ਲੋਕ ਦੇ ਦੁਆਰਾ ਬਖਸ਼ਿਸ਼ ਕੀਤਾ ਹੈ, ਉਹ ਧਿਆਨ ਮੰਗਦਾ ਹੈ, ਕਿਉਂਕਿ ਗੁਰਮਤਿ ਧਿਆਨ ਦਾ ਵਿਸ਼ਾ ਹੈ। ਧਿਆਨ ਦੇ ਨਾਲ ਹੀ ਜਦੋਂ ਸਾਨੂੰ ਗੁਰੂ ਦਾ ਗਿਆਨ ਪ੍ਰਾਪਤ ਹੁੰਦਾ ਹੈ ਤਾਂ ਜੀਵਨ ਨੂੰ ਸੇਧ ਮਿਲਦੀ ਹੈ, ਸ਼ਾਂਤੀ ਮਿਲਦੀ ਹੈ, ਆਨੰਦ ਮਿਲਦਾ ਹੈ। ਪਰ ਜਦੋਂ ਅਸੀਂ ਧਿਆਨ ਪਾਸੇ ਰੱਖ ਕੇ ਗੁਰਬਾਣੀ ਪੜ੍ਹਦੇ ਹਾਂ, ਵਿਚਾਰਦੇ ਹਾਂ,
ਤੇ ਅਸੀਂ ਉਸ ਆਨੰਦ ਨੂੰ ਪ੍ਰਾਪਤ ਨਹੀਂ ਕਰ ਰਹੇ ਹੁੰਦੇ ਜੋ ਸਤਿਗੁਰ ਸਾਨੂੰ ਬਖਸ਼ਿਸ਼ ਕਰਨਾ ਚਾਹੁੰਦੇ ਹਨ। ਅਸੀਂ ਹਰ ਰੋਜ਼ ਪੜ੍ਹਦੇ ਹਨ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਪਰ ਆਨੰਦ ਹੈ ਕਿੱਥੇ? ਅੱਜ ਬਹੁ ਗਿਣਤੀ ਸੰਸਾਰ ਦੇ ਵਿੱਚ ਜਦੋਂ ਵਿਚਰਦੇ ਹੋਏ ਝਾਤ ਮਾਰੀਏ ਤੇ ਆਨੰਦ ਕਿਸ ਦੇ ਕੋਲ ਹੈ? ਕੋਈ ਨਜ਼ਰ ਨਹੀਂ ਆਉਂਦਾ ਜਿਹਦੇ ਕੋਲ ਆਨੰਦ ਹੋਵੇ। ਵੱਡੀ ਗਿਣਤੀ ਵਿੱਚ ਗੁਰਮੁਖ ਪਿਆਰੇ ਸਮਾਜ ਵਿੱਚ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਅੱਜ ਵੇਖੋ ਟੀਵੀ ਚੈਨਲਾਂ ਦੇ ਦੁਆਰਾ, ਸੋਸ਼ਲ ਮੀਡੀਆ ਦੇ ਦੁਆਰਾ, ਕਈ ਸਾਧਨਾਂ ਦੇ ਦੁਆਰਾ ਹੋ ਰਿਹਾ ਹੈ। ਪ੍ਰਚਾਰ ਪ੍ਰਸਾਰ ਦੀ ਕਮੀ ਨਹੀਂ ਹੈ, ਲੇਕਿਨ ਆਊਟਪੁੱਟ ਉਹ ਨਹੀਂ ਆ ਰਹੀ ਜੋ ਆਉਣੀ ਚਾਹੀਦੀ ਹੈ। ਜੀਵਨ ਦੇ ਅੰਦਰ ਆਨੰਦ ਜੋ ਹੈ ਉਹ ਪ੍ਰਗਟ ਨਹੀਂ ਹੋ ਰਿਹਾ। ਜੇ ਵਰਤਮਾਨ ਸਮੇਂ ਦੀ ਗੱਲ ਕਰੀਏ ਤੇ ਇੱਕ ਬਹੁਤ ਵੱਡੀ ਮਹਾਂਮਾਰੀ ਅੱਜ ਸੰਸਾਰ ਦੇ ਵਿੱਚ ਫੈਲੀ ਹੋਈ ਹੈ। ਬਹੁਤ ਵੱਡਾ ਕਸ਼ਟ ਸੰਸਾਰ ਅੱਜ ਚੱਲ ਰਿਹਾ ਹੈ। ਕਾਰੋਬਾਰੀ ਇਸ ਨੂੰ ਆਪਣੀ ਨਜ਼ਰ ਨਾਲ ਦੇਖਦਾ ਹੈ, ਵਿਗਿਆਨਕ ਇਸ ਨੂੰ ਆਪਣੀ ਨਜ਼ਰ ਨਾਲ ਦੇਖਦਾ ਹੈ, ਸਾਇੰਸਦਾਨ ਇਸ ਨੂੰ ਆਪਣੀ ਨਜ਼ਰ ਨਾਲ ਦੇਖਦਾ ਹੈ, ਡਾਕਟਰ ਮੈਡੀਕਲ ਸਾਇੰਸ ਇਸ ਨੂੰ ਆਪਣੀ ਨਜ਼ਰ ਨਾਲ ਦੇਖਦੀ ਹੈ। ਪਰ ਗੁਰਮਤਿ ਦਾ ਧਾਰਨੀ ਮਨੁੱਖ ਜਾਂ ਪਰਮੇਸ਼ਰ ਦੇ ਮਾਰਗ ਤੇ ਚੱਲਣ ਵਾਲਾ ਮਨੁੱਖ ਇਸ ਨੂੰ ਆਪਣੀ ਨਜ਼ਰ ਨਾਲ ਦੇਖਦਾ ਹੈ। ਤੇ ਮੈਂ ਸਮਝਦਾ ਹਾਂ ਵੀ ਇਹ ਜੋ ਮਹਾਂਮਾਰੀ ਅੱਜ ਸੰਸਾਰ ਤੇ ਆਈ ਹੈ, ਪਰਮੇਸ਼ਰ ਦੇ ਵੱਲੋਂ ਇੱਕ ਇੰਡੀਕੇਸ਼ਨ ਹੈ, ਇੱਕ ਸੁਨੇਹਾ, ਇੱਕ ਹਲੂਣਾ ਹੈ। ਤੇ ਉਸ ਦਾ ਕਾਰਨ ਵੀ ਇਹੀ ਹੈ ਜੋ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਪਹਿਲਾ ਸ਼ਬਦ ਜੋ ਸਤਿਗੁਰ ਨੇ ਵਰਤਿਆ, ਸੁੱਤਿਆ। ਸੁੱਤਿਆ ਹੋਇਆ ਮਨੁੱਖ, ਸੁੱਤਾ ਹੋਇਆ ਮਨੁੱਖ, ਨੀਂਦ ਦੇ ਵਿੱਚ ਜੋ ਮਨੁੱਖ ਹੈ, ਜੋ ਅਚੇਤ ਹੈ, ਚੇਤਨ ਨਹੀਂ ਹੈ। ਹੁਣ ਅਸੀਂ ਸਾਰੇ ਸਮਝਦੇ ਹਾਂ ਵੀ ਅਸੀਂ ਜਾਗਰਤ ਅਵਸਥਾ ਦੇ ਵਿੱਚ ਹਾਂ, ਅਸੀਂ ਜਾਗ ਰਹੇ ਹਾਂ, ਲੇਕਿਨ ਇਹ ਜਾਗ ਕਿਤੇ ਨਾ ਕਿਤੇ ਸਿਰਫ ਸਰੀਰ ਤੱਕ ਹੀ ਸੀਮਤ ਹੈ। ਸਰੀਰ ਕਰਕੇ ਅਸੀਂ ਜਾਗੇ ਹਾਂ, ਸਾਡਾ ਸਰੀਰ ਜਾਗ ਗਿਆ ਹੈ, ਵੈਸੇ ਅਸੀਂ ਸੁੱਤੇ ਹੀ ਹੋਏ ਹਾਂ। ਅਗਰ ਜਾਗ ਰਹੇ ਹਾਂ ਤੇ ਫਿਰ ਅਸੀਂ ਆਨੰਦ ਵਿੱਚ ਹਾਂ, ਫਿਰ ਅਸੀਂ ਚਿੰਤਾ ਮੁਕਤ ਹਾਂ, ਫਿਰ ਅਸੀਂ ਭੈ ਤੋਂ ਰਹਿਤ ਹਾਂ, ਫਿਰ ਅਸੀਂ ਡਰ ਤੋਂ ਮੁਕਤ ਹਾਂ। ਅਗਰ ਸਾਡੇ ਮਨ ਵਿੱਚ ਚਿੰਤਾ ਹੈ, ਅਗਰ ਸਾਡੇ ਮਨ ਵਿੱਚ ਭੈ ਹੈ, ਡਰ ਹੈ, ਤੇ ਫਿਰ ਅਸੀਂ ਸੁੱਤੇ ਹੋਏ ਹਾਂ। ਕਿਉਂਕਿ ਸਰੀਰ ਕਰਕੇ ਜਾਗਣਾ ਹੋਰ ਚੀਜ਼ ਹੈ, ਸੁਰਤ ਕਰਕੇ ਜਾਗਣਾ ਹੋਰ ਚੀਜ਼ ਹੈ। ਇਸ ਕਰਕੇ ਸਰੀਰ ਕਰਕੇ ਜਾਗੇ ਹੋਇਆਂ ਨੂੰ ਸੁਰਤ ਕਰਕੇ ਜਗਾਉਣ ਵਾਸਤੇ ਸਤਿਗੁਰ ਜੀ ਨੇ ਇਹ ਸ਼ਬਦ ਬਖਸ਼ਿਸ਼ ਕੀਤਾ ਹੈ। ਇੱਕ ਸਰੀਰ ਦੀ ਨੀਂਦ ਹੈ ਜੋ ਖੁੱਲ੍ਹ ਚੁੱਕੀ ਹੈ। ਮਨੁੱਖਾ ਜੀਵਨ ਦਾ ਪ੍ਰਾਪਤ ਹੋਣਾ ਸੰਸਾਰ ਦੇ ਅੰਦਰ ਜੀਵ ਆਤਮਾ ਨੂੰ ਬਹੁਤ ਵੱਡਾ ਇੱਕ ਉਪਹਾਰ ਹੈ ਪਰਮੇਸ਼ਵਰ ਦਾ। ਸੋ ਸਰੀਰ ਕਰਕੇ ਅਸੀਂ ਜਾਗਰਤ ਹਾਂ, ਚੇਤਨਤਾ ਕਰਕੇ ਸੁੱਤੇ ਹੋਏ ਹਾਂ, ਇੰਦਰੀਆਂ ਕਰਕੇ, ਕਰਮ ਇੰਦਰੀਆਂ ਕਰਕੇ, ਗਿਆਨ ਇੰਦਰੀਆਂ ਕਰਕੇ ਅਸੀਂ ਸੁੱਤੇ ਹੋਏ ਹਾਂ। ਕਰਮ ਇੰਦਰੀਆਂ ਕਰਕੇ ਜਾਗਣ ਦਾ ਮਤਲਬ ਹੈ ਸਾਨੂੰ ਪਤਾ ਲੱਗ ਜਾਏ ਕਿ ਇਹਨਾਂ ਨੇਤਰਾਂ ਦਾ ਕੀ ਕਰਮ ਹੈ, ਸਾਨੂੰ ਪਤਾ ਲੱਗ ਜਾਏ ਇਹਨਾਂ ਹੱਥਾਂ ਦਾ ਕੀ ਕਰਮ ਹੈ, ਇਹਨਾਂ ਪੈਰਾਂ ਦਾ ਕੀ ਕਰਮ ਹੈ, ਇਹ ਸਰੀਰ ਕਿਸ ਵਾਸਤੇ ਮਿਲਿਆ ਹੈ। ਇਹ ਹੈ ਚੇਤਨਤਾ ਦੇ ਤਲ ਤੇ ਜਾਗਣਾ, ਸੁਰਤ ਦੇ ਤਲ ਤੇ ਜਾਗਣਾ। ਪੜ੍ਹਦੇ ਤੇ ਹਰ ਰੋਜ਼ ਹਾਂ ਭਈ ਪ੍ਰਾਪਤ, ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹਦਾ ਭਾਵ ਇਹ ਨਾ ਲੈ ਲਿਆ ਕਰੋ ਕਿ ਕੰਮ ਛੱਡ ਦੇਣੇ ਹਨ, ਕਾਰੋਬਾਰ ਛੱਡ ਦੇਣੇ ਹਨ, ਕੰਮਕਾਰ ਕਰਨਾ ਨਹੀਂ ਹੈ। ਕਰਮ ਕਰਨਾ ਜੀਵਨ ਦਾ ਲਕਸ਼ ਹੈ, ਜੀਵਨ ਦਾ ਕਰਤੱਵ ਹੈ, ਫਰਜ਼ ਹੈ। ਉਹ ਕਰਨਾ ਹੀ ਪੈਣਾ ਹੈ, ਕਰਨਾ ਹੀ ਚਾਹੀਦਾ ਹੈ। ਲੇਕਿਨ ਉਸ ਕਰਮ ਦੇ ਵਿੱਚ ਜੋ ਸਿਧਾਂਤ ਹੈ ਉਹ ਸਹੀ ਹੋਣਾ ਚਾਹੀਦਾ ਹੈ, ਜੋ ਸੋਚ ਹੈ, ਜੋ ਵਿਚਾਰ ਹੈ ਉਹ ਸਹੀ ਹੋਵੇ ਤੇ ਕਰਮ ਕੀਤਾ ਹੋਇਆ ਸਫਲ ਹੈ। ਨਹੀਂ ਤਾਂ ਸਤਿਗੁਰ ਕਹਿੰਦੇ ਅਵਰ ਕਾਜ ਤੇਰਾ ਕਿਤੈ ਨਾ ਕਾਮ। ਹੁਣ ਦੇਖੋ ਸੰਸਾਰ ਦੇ ਵਿੱਚ ਬਹੁਤ ਵੱਡੇ ਵੱਡੇ ਲੋਕ ਸੰਸਾਰ ਦੇ ਵਿੱਚ ਜਿਨ੍ਹਾਂ ਦੇ ਕੋਲ ਸਾਧਨਾਂ ਦੀ ਕਮੀ ਨਹੀਂ ਹੈ, ਕਿਸੇ ਪ੍ਰਕਾਰ ਦੀ ਕੋਈ ਘਾਟ ਨਹੀਂ ਹੈ, ਲੇਕਿਨ ਅੱਜ ਉਹ ਵੀ ਮਹਿਸੂਸ ਕਰ ਰਹੇ ਹਨ ਵੀ ਇਹ ਕੀਤੇ ਹੋਏ ਕਾਰਜ ਸਾਡੇ
ਕਿਸੇ ਕੰਮ ਨਹੀਂ ਆ ਰਹੇ। ਇੱਕ ਅਦ੍ਰਿਸ਼ ਜੀਵ ਹੈ ਜਿਸ ਨੂੰ ਅਸੀਂ ਦੇਖ ਨਹੀਂ ਪਾ ਰਹੇ। ਸਧਾਰਨ ਅੱਖਾਂ ਦੇ ਨਾਲ ਉਹਨੂੰ ਤੱਕਣਾ ਵੀ ਬਹੁਤ ਨਾਮੁਮਕਿਨ ਜਿਹਾ ਹੈ, ਪਰ ਫਿਰ ਵੀ ਅੱਜ ਭੈ ਦਾ ਮਾਹੌਲ ਹੈ। ਹਰ ਮਨੁੱਖ ਡਰ ਦੇ ਵਿੱਚ ਹੈ। ਉਹ ਕੀਤੇ ਹੋਏ ਕਾਰਜ ਜੋ ਹੁਣ ਤੱਕ 21ਵੀਂ ਸਦੀ ਤੱਕ ਜੋ ਮਨੁੱਖ ਨੇ ਕਾਰਜ ਕੀਤੇ, ਉਹ ਕਿਸੇ ਕੰਮ ਨਹੀਂ ਆਏ। ਕਿੰਨੀਆਂ ਵੱਡੀਆਂ ਵੱਡੀਆਂ ਸਟੇਟਮੈਂਟਾਂ, ਵੱਡੀਆਂ ਵੱਡੀਆਂ ਪਾਵਰਾਂ ਸੰਸਾਰ ਵਿੱਚ ਦੇ ਰਹੀਆਂ ਸੀ, ਇਹ ਹੋ ਜਾਏਗਾ, ਉਹ ਹੋ ਜਾਏਗਾ, ਪਰ ਪਰਮੇਸ਼ਵਰ ਨੇ ਇੱਕ ਐਸਾ ਹਲੂਣਾ ਦਿੱਤਾ ਸ੍ਰਿਸ਼ਟੀ ਨੂੰ, ਸੰਸਾਰ ਨੂੰ, ਜਿਹਦੇ ਤੋਂ ਸਾਨੂੰ ਇਹ ਗੱਲ ਸਮਝ ਵਿੱਚ ਆ ਜਾਂਦੀ ਹੈ ਕਿ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਫਿਰ ਨਹੀਂ ਕੋਈ ਕਹਿੰਦਾ ਹਉਮੈ ਦੇ ਬਚਨ, ਅਹੰਕਾਰ ਦੇ ਬਚਨ ਕਿ ਮੈਂ ਕਰ ਸਕਦਾ, ਮੈਂ ਕੀਤਾ। ਅੱਜ ਵੀ ਬਹੁਤ ਸਾਰੇ ਲੋਕ ਇਸ ਪਰਮੇਸ਼ਵਰ ਦੇ ਇੰਡੀਕੇਸ਼ਨ ਨੂੰ, ਹਲੂਣੇ ਨੂੰ ਨਾ ਸਮਝਦੇ ਹੋਏ, ਤੁਸੀਂ ਟੀਵੀ ਚੈਨਲਾਂ ਤੇ ਦੇਖੋ ਕੀ ਡਿਬੇਟ ਚੱਲ ਰਹੀਆਂ ਹਨ, ਕੀ ਵਿਚਾਰ ਚੱਲ ਰਹੇ ਹਨ। ਅੱਜ ਵੀ ਮਨੁੱਖ ਝੁਕਣ ਨੂੰ ਤਿਆਰ ਨਹੀਂ ਹੈ, ਸਮਝਣ ਨੂੰ ਤਿਆਰ ਨਹੀਂ ਹੈ। ਅੱਜ ਵੀ ਮਨੁੱਖ ਨੂੰ ਲੱਗਦਾ ਹੈ ਮੈਂ ਆਪਣੇ ਬੌਧਿਕ ਬਲ ਦੇ ਨਾਲ ਇਸ ਚੀਜ਼ ਨੂੰ ਜਿੱਤ ਸਕਦਾ ਹਾਂ, ਕਾਬੂ ਕਰ ਸਕਦਾ ਹਾਂ। ਨਹੀਂ ਕਰ ਸਕਦਾ ਜਦੋਂ ਤੱਕ ਪਰਮੇਸ਼ਵਰ ਦਾ ਹੁਕਮ ਨਹੀਂ ਹੈ। ਸਾਹਮਣੇ ਪਈ ਹੋਈ ਚੀਜ਼ ਨਜ਼ਰ ਨਹੀਂ ਆਉਂਦੀ ਜਦੋਂ ਤੱਕ ਉਹਦਾ ਹੁਕਮ ਨਹੀਂ ਹੈ। ਸਾਹਮਣੇ ਪਏ ਹੋਏ ਸਾਧਨ ਨਜ਼ਰ ਨਹੀਂ ਆਉਂਦੇ ਜਦੋਂ ਤੱਕ ਉਹਦਾ ਹੁਕਮ ਨਹੀਂ ਹੈ। ਇਸ ਕਰਕੇ ਪਰਮੇਸ਼ਵਰ ਸਵਰੂਪ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਨੂੰ ਜਾਗਰਤ ਅਵਸਥਾ ਦੀ ਦਾਤ ਬਖਸ਼ਿਸ਼ ਕਰ ਰਹੇ ਹਨ। ਤੇ ਪਾਤਸ਼ਾਹ ਕਹਿੰਦੇ, ਸੁੱਤਿਆ, ਹੇ ਭਾਈ ਤੂੰ ਸੁੱਤਾ ਹੋਇਆ ਹੈ, ਤੂੰ ਨੀਂਦ ਦੇ ਵਿੱਚ ਹੈ। ਤੇਰੀ ਨੀਂਦ ਦਾ ਕਾਰਨ ਕਿ ਤੂੰ ਚਿੰਤਾ ਦੇ ਵਿੱਚ ਹੈ, ਫਿਕਰਮੰਦ ਹੈ, ਤੂੰ ਚਿੰਤਾ ਕਰ ਰਿਹਾ ਹੈ, ਤੂੰ ਫਿਕਰ ਦੇ ਵਿੱਚ ਹੈ, ਤੂੰ ਡਰ ਦੇ ਵਿੱਚ ਹੈ। ਇਹਦਾ ਭਾਵ ਹੈ ਚਿੰਤਾ, ਫਿਕਰ, ਡਰ ਜੋ ਹੈ ਇਹ ਤੇਰੀ ਨੀਂਦ ਹੈ। ਜਦੋਂ ਤੇਰੀ ਨੀਂਦ ਉਗੜ ਜਾਏਗੀ ਤੇ ਤੈਨੂੰ ਡਰ ਨਹੀਂ ਰਹੇਗਾ। ਜਿਨ੍ਹਾਂ ਦੀ ਨੀਂਦ ਉਗੜ ਗਈ ਉਹ ਡਰਦੇ ਨਹੀਂ ਹਨ। ਭਗਤ ਸਾਹਿਬਾਨ ਦੇ ਬਚਨ ਅਸੀਂ ਪੜ੍ਹਦੇ ਹਨ, ਜਿਹ ਮਰਨੈ ਤੇ ਜਗ ਡਰੈ, ਮੇਰਾ ਮਨ ਆਨੰਦ, ਮਰਨੈ ਹੀ ਤੇ ਪਾਈਐ ਪੂਰਨ ਪਰਮਾਨੰਦ। ਸਤਿਗੁਰ ਕਹਿੰਦੇ ਮੌਤ ਤੇ ਜੀਵਨ ਪਰਮੇਸ਼ਵਰ ਦੇ ਹੱਥ ਵਿੱਚ ਹੈ। ਨਾ ਤੇ ਇੱਕ ਤਿਲ ਘਟ ਸਕਦੀ ਹੈ, ਨਾ ਹੀ ਵੱਧ ਸਕਦੀ ਹੈ। ਯਣ ਘਾਲੇ ਸਭ ਦਿਵਸ ਸਾਸ, ਨਹਿ ਵੱਢਣ ਘਟਣ ਤਿਲ ਸਾਰ। ਨਾ ਹੀ ਕੋਈ ਵਧਾ ਸਕਦਾ ਹੈ, ਨਾ ਹੀ ਕੋਈ ਘਟਾ ਸਕਦਾ ਹੈ। ਜਿੰਨੇ ਸਵਾਸ ਤੇ ਦਿਨ ਪਰਮੇਸ਼ਵਰ ਨੇ ਸਾਨੂੰ ਬਖਸ਼ਿਸ਼ ਕੀਤੇ ਹਨ, ਬਸ ਉਹੀ ਭੋਗਣੇ ਹਨ। ਜ਼ਿੰਦਗੀ ਸਫਲ ਹੋ ਜਾਏ, ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਖਤਮ ਤੇ ਇੱਕ ਦਿਨ ਹੋ ਹੀ ਜਾਣੀ ਹੈ। ਹੁਕਮ ਦੇ ਵਿੱਚ ਮਨੁੱਖ ਆਇਆ ਹੈ, ਹੁਕਮ ਦੇ ਵਿੱਚ ਚਲਾ ਜਾਏਗਾ। ਜੀਵਨ ਸਫਲ ਹੋ ਜਾਏ, ਇਸ ਵੱਲ ਧਿਆਨ ਦੇਣਾ ਹੈ। ਇਸ ਕਰਕੇ ਸਤਿਗੁਰ ਕਹਿੰਦੇ, ਸੁੱਤਿਆ ਹਰ ਪ੍ਰਭ ਚੇਤ ਮਨ। ਹੇ ਭਾਈ ਤੂੰ ਸੁੱਤਾ ਹੋਇਆ ਹੈ, ਤੂੰ ਨੇਤਰਾਂ ਕਰਕੇ ਸੁੱਤਾ ਹੋਇਆ ਹੈ, ਤੂੰ ਕਰਮਾਂ ਕਰਕੇ ਸੁੱਤਾ ਹੋਇਆ ਹੈ, ਤੂੰ ਵਿਚਾਰ ਕਰਕੇ ਸੁੱਤਾ ਹੋਇਆ ਹੈ। ਜਾਗ ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਆ। ਸਤਿਗੁਰ ਕਹਿੰਦੇ ਤਨ ਵੀ ਤੇਰੇ ਨਾਲ ਨਿਭਣ ਵਾਲਾ ਨਹੀਂ ਹੈ, ਜਿਸ ਦੀ ਤੂੰ ਪਕੜ ਕਰਕੇ ਰੱਖੀ ਹੋਈ ਹੈ, ਜਿਸ ਨੂੰ ਆਪਣਾ ਕਰਕੇ ਜਾਣਦਾ ਹੈ। ਇਹ ਸਰੀਰ ਤੇਰਾ ਆਪਣਾ ਨਹੀਂ ਹੈ। ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਭਗਤ ਕਬੀਰ ਸਾਹਿਬ ਕਹਿੰਦੇ ਇਹੋ ਜਿਹੇ ਤਨ ਘਰ ਪਤਾ ਨਹੀਂ ਕਿੰਨੇ ਕੁ ਅਸੀਂ ਲਏ ਹਨ ਤੇ ਕਿੰਨੇ ਕੁ ਤਿਆਗੇ ਹਨ, ਛੱਡੇ ਹਨ। ਸੋ ਸਤਿਗੁਰੂ ਕਹਿੰਦੇ ਸੁੱਤਿਆ ਹਰ ਪ੍ਰਭ ਚੇਤ ਮਨ। ਉਸ ਹਰੀ ਹਰ ਪਰਮੇਸ਼ਰ ਨੂੰ ਜੋ ਪਰ ਵਿਸ਼ੇਸ਼ ਕਰਕੇ ਪੰਜਾਂ ਤੱਤਾਂ ਤੋਂ ਪਰੇ ਹੈ, ਉਸ ਪਰਮੇਸ਼ਰ ਨੂੰ ਚੇਤ। ਚੇਤ ਦਾ ਭਾਵ ਹੈ ਚੇਤਾ ਰੱਖ। ਮਨ ਅੰਦਰ ਉਸ ਨੂੰ ਰਿਪੀਟ ਕਰ, ਬਾਰ-ਬਾਰ ਚਿਤਵਨੀ ਵਿੱਚ ਆ ਜਾਏ ਪਰਮੇਸ਼ਰ। ਪਰਮੇਸ਼ਰ ਨੂੰ ਅਸੀਂ ਆਪਣੇ ਚੇਤੇ ਵਿੱਚ ਰੱਖਣਾ ਹੈ। ਚੇਤੇ ਵਿੱਚ ਰੱਖਣ ਦੇ ਵਾਸਤੇ ਸਾਨੂੰ ਧਿਆਨ ਪਰਮੇਸ਼ਰ ਦੇ ਉੱਤੇ ਰੱਖਣਾ ਚਾਹੀਦਾ ਹੈ। ਤੇ ਉਹਦੇ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੁੰਦਰ ਤਰੀਕਾ ਵੀ ਬਖਸ਼ਿਆ ਹੈ। ਜਿਹ ਪ੍ਰਸਾਦ ਬਸੈ ਸੁਖ ਮੰਦਰ, ਤਿਸ ਹੈ ਧਿਆਏ ਸਦਾ ਮਨ ਅੰਦਰ। ਜਿਹ ਪ੍ਰਸਾਦ ਛਤੀਹ ਅੰਮ੍ਰਿਤ ਖਾਹੇ, ਤਿਸ ਠਾਕਰ ਕਉ ਰਖ ਮਨ ਮਾਹੇ।
ਸ਼ੁਕਰਾਨਾ ਕਰ ਪਰਮੇਸ਼ਰ ਦਾ। ਇੱਕ ਇੱਕ ਸਵਾਸ ਜੋ ਆ ਜਾ ਰਹੀ ਹੈ ਉਹਦੀ ਬਖਸ਼ਿਸ਼ ਦਾ ਸਦਕਾ ਹੈ, ਉਹਦੇ ਹੁਕਮ ਦਾ ਸਦਕਾ ਹੈ। ਪਰ ਜਦੋਂ ਤੱਕ ਮਨੁੱਖ ਸੁੱਤਾ ਹੋਇਆ ਹੈ, ਜਦੋਂ ਤੱਕ ਮਨੁੱਖ ਅਗਿਆਨਤਾ ਦੇ ਵਿੱਚ ਹੈ, ਅਚੇਤ ਹੈ, ਉਦੋਂ ਤੱਕ ਇਹ ਸ਼ਬਦ ਉਹਦੇ ਸਮਝ ਵਿੱਚ ਆਉਣ ਵਾਲੇ ਨਹੀਂ ਹਨ। ਪਰ ਜਿਉਂ ਹੀ ਜਾਗਰਤ ਅਵਸਥਾ ਗੁਰੂ ਕਿਰਪਾ ਦੇ ਦੁਆਰਾ ਮਿਲਦੀ ਹੈ, ਫਿਰ ਪਤਾ ਲੱਗ ਜਾਂਦਾ ਹੈ ਇਸ ਸਵਾਸ ਦੀ ਕੀਮਤ ਕੀ ਹੈ, ਇਸ ਜੀਵਨ ਦੀ ਕੀਮਤ ਕੀ ਹੈ। ਸੋ ਪਾਤਸ਼ਾਹ ਕਹਿੰਦੇ, ਸੁੱਤਿਆ ਹਰ ਪ੍ਰਭ ਚੇਤ ਮਨ, ਮੰਮੇ ਦੇ ਨੰਨੇ ਨੂੰ ਸਿਹਾਰੀ ਤੋਂ ਭਾਵ ਹੈ ਮਨ ਅੰਦਰ, ਮਨ ਕਰਕੇ ਉਸ ਪਰਮੇਸ਼ਰ ਨੂੰ ਹਮੇਸ਼ਾ ਚੇਤਾ ਰੱਖ। ਸਵੇਰ ਤੋਂ ਲੈ ਕੇ ਸ਼ਾਮ ਤੱਕ ਉਸ ਪਰਮੇਸ਼ਰ ਦਾ ਸ਼ੁਕਰਾਨਾ ਕਰ। ਹਰ ਇੱਕ ਕਦਮ ਉਸ ਪਰਮੇਸ਼ਰ ਦੀ ਕਿਰਪਾ ਦਾ ਸਦਕਾ ਹੈ, ਹਰ ਇੱਕ ਸਵਾਸ ਉਸ ਪਰਮੇਸ਼ਰ ਦੀ ਕਿਰਪਾ ਦਾ ਸਦਕਾ ਹੈ, ਹਰ ਇੱਕ ਵਸਤ ਉਸ ਪਰਮੇਸ਼ਰ ਦੀ ਕਿਰਪਾ ਦਾ ਸਦਕਾ ਹੈ, ਹਰ ਇੱਕ ਸੁਖ ਉਸ ਪਰਮੇਸ਼ਰ ਦੀ ਕਿਰਪਾ ਦਾ ਸਦਕਾ ਹੈ। ਇਸ ਕਰਕੇ ਉਸ ਪਰਮੇਸ਼ਰ ਨੂੰ ਚੇਤ, ਆਪਣੇ ਚੇਤੇ ਵਿੱਚ ਲਿਆ। ਮਨੁੱਖ ਨੇ ਸਭ ਕੁਝ ਕਰਕੇ ਦੇਖ ਲਿਆ ਹੈ, ਪਰ ਮਨੁੱਖ ਦੀ ਭੁੱਖ ਨਹੀਂ ਮਿਟੀ, ਮਨੁੱਖ ਦਾ ਦੁੱਖ ਨਹੀਂ ਮਿਟਿਆ, ਮਨੁੱਖ ਨੂੰ ਸੁਖ ਨਹੀਂ ਮਿਲਿਆ। ਤੇ ਸਤਿਗੁਰ ਤੇ ਪੁਕਾਰ ਪੁਕਾਰ ਕੇ ਸਾਨੂੰ ਬਾਰ-ਬਾਰ ਇਹ ਗੱਲ ਕਹਿੰਦੇ ਨੇ, ਭਲਿਆ ਸਭ ਕੁਝ ਕਰ ਲਿਆ ਹੈ, ਬਸ ਇੱਕ ਕੰਮ ਤੂੰ ਨਹੀਂ ਕੀਤਾ, ਉਹ ਵੀ ਕਰਕੇ ਵੇਖ ਲੈ। ਤੇ ਜਿਨ੍ਹਾਂ ਨੇ ਉਹ ਕਰਮ ਕੀਤਾ ਹੈ, ਸਾਡੇ ਸਾਹਮਣੇ ਉਹਨਾਂ ਦੇ ਐਗਜ਼ਾਮਪਲ ਹਨ। ਜਿਨ੍ਹਾਂ ਨੇ ਸਭ ਕੁਝ ਕਰ ਲਿਆ, ਉਹਨਾਂ ਦੇ ਵੀ ਐਗਜ਼ਾਮਪਲ ਸਾਡੇ ਸਾਹਮਣੇ ਹਨ। ਤੇ ਜਿਨ੍ਹਾਂ ਨੇ ਸਭ ਕੁਝ ਛੱਡ ਕੇ ਇੱਕੋ ਕਰਮ ਕਰ ਲਿਆ, ਉਹਨਾਂ ਦੇ ਵੀ ਉਦਾਹਰਣ ਸਾਨੂੰ ਸਮਾਜ ਦੇ ਵਿੱਚ ਮਿਲਦੇ ਹਨ। ਇੱਕ ਪਾਸੇ ਉਹ ਹਨ ਜਿਨ੍ਹਾਂ ਨੂੰ ਅਸੀਂ ਪਰਮੇਸ਼ਰ ਦੇ ਪਿਆਰੇ ਭਗਤ ਸਤਪੁਰਸ਼ ਗੁਰਮੁਖ ਜਨ ਕਹਿੰਦੇ ਹਾਂ। ਇੱਕ ਪਾਸੇ ਉਹ ਹਨ ਜਿਹੜੇ ਸੰਸਾਰ ਨੂੰ ਸਭ ਕੁਝ ਮੰਨ ਕੇ ਚੱਲ ਰਹੇ ਸਨ। ਸੋ ਪਾਤਸ਼ਾਹ ਕਹਿੰਦੇ, ਸਭ ਕੁਝ ਕਰਕੇ ਦੇਖ ਲਿਆ ਹੈ, ਹੁਣ ਇੱਕੋ ਕਰਮ ਕਰਨ ਵਾਲਾ ਜੋ ਬਾਕੀ ਹੈ ਉਹ ਹੈ ਪਰਮੇਸ਼ਰ ਨੂੰ ਚੇਤਾ ਰੱਖਣਾ। ਘਰ ਦੇ ਵਿੱਚ ਵਿਚਰਦੇ ਹੋਏ, ਕਾਰੋਬਾਰ ਵਿੱਚ ਵਿਚਰਦੇ ਹੋਏ, ਕੰਮਕਾਰ ਕਰਦੇ ਹੋਏ ਪਰਮੇਸ਼ਰ ਦੀ ਯਾਦ ਰਹੇ। ਇਹੀ ਗੁਰਮਤਿ ਦਾ ਮੁੱਢਲਾ ਸਿਧਾਂਤ ਹੈ। ਪਰਮੇਸ਼ਰ ਸਾਨੂੰ ਚੇਤਾ ਰਹੇ ਹਰ ਕੰਮ ਕਰਦੇ ਹੋਏ, ਹਰ ਕਰਮ ਦੇ ਵਿੱਚ। ਸਿਰਫ ਇਹ ਨਹੀਂ ਕਿ ਜਿੰਨਾ ਸਮਾਂ ਅਸੀਂ ਗੁਰੂ ਸੰਗਤ ਵਿੱਚ ਬੈਠੇ ਹਾਂ ਤੇ ਅਸੀਂ ਸੋਚਦੇ ਹਾਂ ਵੀ ਸਤਿਗੁਰ ਸਾਡੇ ਸਨਮੁਖ ਹਨ। ਜਿੱਥੇ ਵੀ ਅਸੀਂ ਹੁੰਦੇ ਹਾਂ ਪਰਮੇਸ਼ਰ ਸਾਡੇ ਨਾਲ ਹੈ, ਹਰ ਵੇਲੇ ਸਾਡੇ ਅੰਗ ਸੰਗ ਹੈ। ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਬਖਸ਼ਿਸ਼ ਕਰਦੇ ਹਨ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਉਹ ਜੀਵਨ ਹੋਰ ਹੈ, ਇਹ ਜੀਵਨ ਹੋਰ ਹੈ, ਇਹ ਮਨਮਤ ਦਾ ਜੀਵਨ ਹੈ, ਉਹ ਗੁਰਮਤ ਦਾ ਜੀਵਨ ਹੈ ਜਿਸ ਨੂੰ ਅਸੀਂ ਧਾਰਨ ਕਰਨਾ ਹੈ। ਮਨਮਤ ਦੇ ਜੀਵਨ ਨੂੰ ਅਸੀਂ ਤਿਆਗਣਾ ਹੈ, ਮਨਮਤ ਨੂੰ ਤਿਆਗਣਾ ਹੈ, ਗੁਰਮਤ ਨੂੰ ਧਾਰਨ ਕਰਨਾ ਹੈ ਤੇ ਗੁਰਮਤ ਨੂੰ ਧਾਰਨ ਕਰਕੇ ਆਪਣੇ ਜੀਵਨ ਆਚਰਣ ਵਿੱਚ ਲੈ ਕੇ ਆਉਣਾ ਹੈ। ਸਿਰਫ ਸੁਣਨ ਤੇ ਕਥਨ ਕਰਨ ਦੇ ਨਾਲ ਸਮਾਜ ਵਿੱਚ ਜੀਵਨ ਵਿੱਚ ਬਦਲਾਵ ਨਹੀਂ ਆਉਂਦਾ। ਜੀਵਨ ਵਿੱਚ ਬਦਲਾਵ ਉਦੋਂ ਆਉਂਦਾ ਹੈ ਜਦੋਂ ਵਿਚਾਰ ਸਾਡੇ ਆਚਰਣ ਵਿੱਚ ਆ ਜਾਂਦੀ ਹੈ, ਸਾਡੇ ਕਰਮ ਵਿੱਚ ਆ ਜਾਂਦੀ ਹੈ। ਉਸ ਦਿਨ ਸਮਾਜ ਤਬਦੀਲ ਹੁੰਦਾ ਹੈ, ਉਸ ਦਿਨ ਜੀਵਨ ਤਬਦੀਲ ਹੁੰਦਾ ਹੈ। ਅੱਜ ਬਹੁ ਗਿਣਤੀ ਵਿੱਚ ਅਸੀਂ ਸੁਣਨ ਤੇ ਕਥਨ ਕਰਨ ਤੱਕ ਹੀ ਸੀਮਿਤ ਹਾਂ। ਇਸ ਕਰਕੇ ਸਮਾਜਿਕ ਸਮੱਸਿਆਵਾਂ ਦਿਨ ਪਰ ਰਾਤ ਵੱਧ ਰਹੀਆਂ ਹਨ। ਮਨੁੱਖ ਹਰ ਰੋਜ਼ ਹੋਰ ਤੋਂ ਹੋਰ ਚਿੰਤਾ ਵਿੱਚ ਜਾ ਰਿਹਾ ਹੈ, ਡਿਪਰੈਸ਼ਨ ਵਿੱਚ ਜਾ ਰਿਹਾ ਹੈ। ਅੱਜ ਵਿਦੇਸ਼ਾਂ ਦੇ ਵਿੱਚ ਤੁਸੀਂ ਦੇਖੋ, ਭਾਰਤ ਦੇ ਵਿੱਚ ਵੀ ਹਾਲਾਤ ਸੁਖਾਵੇਂ ਨਹੀਂ ਹਨ। ਤੇ ਕਿਸੇ ਸੱਜਣ ਦੇ ਨਾਲ ਜਦੋਂ ਗੱਲ ਹੋਈ ਤੇ ਉਹਨੇ ਦੱਸਿਆ ਵੀ ਹੁਣ ਕਰੋਨਾ ਦੇ ਪੇਸ਼ੈਂਟ ਤੇ ਘੱਟ ਹਨ, ਡਿਪਰੈਸ਼ਨ ਦੇ ਪੇਸ਼ੈਂਟ ਜ਼ਿਆਦਾ ਹੋ ਗਏ ਹਨ। ਚਿੰਤਾ, ਹੁਣ ਚਿੰਤਾ ਜਿਹੜੀ ਹੈ ਉਹ ਜ਼ਿਆਦਾ ਹੋ ਰਹੀ ਹੈ ਮਨੁੱਖ ਨੂੰ। ਡਿਪਰੈਸ਼ਨ ਦੇ ਪੇਸ਼ੈਂਟ ਵੱਧ ਰਹੇ ਹਨ, ਕਰੋਨਾ ਦੇ ਪੇਸ਼ੈਂਟ ਓਨੇ ਨਹੀਂ ਹਨ। ਪਰ ਕਿਉਂਕਿ ਇਹ ਇੱਕ ਗੁਪਤ ਜਿਹਾ ਰੋਗ ਹੈ, ਮਨੁੱਖ ਇਸ ਨੂੰ ਬਰਦਾਸ਼ਤ ਕਰਦਾ ਰਹਿੰਦਾ ਹੈ, ਇਸ ਕਰਕੇ ਇਹਦਾ ਪ੍ਰਗਟ ਹੋਣਾ ਬਹੁਤ ਸਮਾਂ ਲੱਗ ਜਾਂਦਾ ਹੈ। ਸੋ ਸਤਿਗੁਰ ਸਾਨੂੰ ਸੁਚੇਤ ਕਰਦੇ ਹੋਏ ਬਖਸ਼ਦੇ ਹਨ, ਸੁੱਤਿਆ ਹਰ ਪ੍ਰਭ ਚੇਤ ਮਨ, ਹਰ ਸਹਿਜ ਸਮਾਦ ਸਮਾਏ। ਹਰ ਸਹਿਜ, ਉਹ ਜੋ ਪਰਮੇਸ਼ਰ ਹੈ ਉਹ ਸਹਿਜਤਾ ਦਾ ਵਿਸ਼ਾ ਹੈ। ਪਰਮੇਸ਼ਰ ਦੀ ਪ੍ਰਾਪਤੀ ਸਹਿਜਤਾ ਦਾ ਵਿਸ਼ਾ ਹੈ, ਕਾਹਲੀ ਦਾ ਵਿਸ਼ਾ ਨਹੀਂ ਹੈ, ਤੇਜ਼ੀ ਦਾ ਵਿਸ਼ਾ ਨਹੀਂ ਹੈ, ਚਲਾਕੀ ਦਾ ਵਿਸ਼ਾ ਨਹੀਂ ਹੈ, ਹੁਸ਼ਿਆਰੀ ਦਾ ਵਿਸ਼ਾ ਨਹੀਂ ਹੈ।
ਅਗਰ ਤੁਸੀਂ ਪਰਮੇਸ਼ਰ ਨੂੰ ਜੀਵਨ ਅੰਦਰ ਉਤਾਰਨਾ ਹੈ, ਮਹਿਸੂਸ ਕਰਨਾ ਹੈ, ਪ੍ਰਾਪਤ ਹੋਣਾ ਹੈ, ਤੇ ਸਹਿਜ ਦਾ ਹੋਣਾ ਬੜਾ ਜ਼ਰੂਰੀ ਹੈ। ਸਹਿਜ ਤੋਂ ਬਿਨਾ ਨਹੀਂ। ਹੁਣ ਦੇਖਣ ਦੇ ਵਾਸਤੇ ਤੇ ਅਸੀਂ ਸਾਰੇ ਬੜੇ ਸਹਿਜ ਵਿੱਚ ਬੈਠੇ ਹਾਂ, ਅਡੋਲ ਬੈਠੇ ਹੋਏ ਹਾਂ, ਪਰ ਜੇ ਅਸੀਂ ਆਪਣੀ ਕੌਨਸ਼ੀਅਸ ਕੰਸਨਟ੍ਰੇਸ਼ਨ, ਧਿਆਨ ਨੂੰ ਆਪਣੇ ਅੰਦਰ ਲੈ ਕੇ ਜਾਈਏ ਤੇ ਸਾਡੇ ਮਨ ਅੰਦਰ ਵਿਚਾਰਾਂ ਦਾ ਇੱਕ ਤੂਫਾਨ ਚੱਲ ਰਿਹਾ ਹੈ। ਇਸੇ ਕਰਕੇ ਬਹੁਤ ਸਾਰੇ ਵੀਰ ਇਹ ਗੱਲ ਕਹਿੰਦੇ ਹਨ ਵੀ ਨੀਂਦ ਸਾਡੀ ਘਟ ਗਈ ਹੈ। ਨੀਂਦ ਨਹੀਂ ਆ ਰਹੀ, ਸਰੀਰ ਸੌਂ ਨਹੀਂ ਪਾ ਰਿਹਾ। ਕਿਉਂ ਨਹੀਂ ਸੌਂ ਪਾ ਰਿਹਾ? ਕਿਉਂਕਿ ਅੰਦਰ ਜੋ ਤੂਫਾਨ ਹੈ ਉਹ ਸਰੀਰ ਨੂੰ ਸ਼ਾਂਤ ਨਹੀਂ ਹੋਣ ਦਿੰਦਾ, ਮਨ ਸ਼ਾਂਤ ਨਹੀਂ ਹੋਣ ਦਿੰਦਾ। ਜਦੋਂ ਤੱਕ ਮਨ ਸ਼ਾਂਤ ਨਹੀਂ ਹੈ ਉਦੋਂ ਤੱਕ ਸਰੀਰ ਵੀ ਸ਼ਾਂਤ ਨਹੀਂ ਬੈਠ ਸਕਦਾ। ਦੇਖਣ ਦੇ ਵਿੱਚ ਬੈਠਾ ਹੋਇਆ ਨਜ਼ਰ ਆਉਂਦਾ ਹੈ, ਪਰ ਅਸਲ ਦੇ ਵਿੱਚ ਇਹ ਭਟਕ ਰਿਹਾ ਹੈ, ਤੜਪ ਰਿਹਾ ਹੈ। ਸੋ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ, ਹਰ ਸਹਿਜ, ਉਹ ਪਰਮੇਸ਼ਵਰ ਸਹਿਜਤਾ ਦਾ ਵਿਸ਼ਾ ਹੈ। ਉਹ ਪਰਮੇਸ਼ਵਰ ਸਹਿਜਤਾ ਦੇ ਨਾਲ ਮਿਲਦਾ ਹੈ। ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ। ਸਹਿਜਤਾ ਦੇ ਨਾਲ ਬਾਣੀ ਪੜੋ, ਸਹਿਜਤਾ ਦੇ ਨਾਲ ਟਿਕਾ ਕੇ ਮਨ ਨੂੰ ਵਿਚਾਰ ਕੇ ਇੱਕ ਇੱਕ ਸ਼ਬਦ ਦੇ ਉੱਤੇ ਧਿਆਨ ਕੇਂਦਰਿਤ ਰਹੇ, ਇੱਕ ਇੱਕ ਮਾਤਰਾ ਦੇ ਉੱਤੇ ਧਿਆਨ ਕੇਂਦਰਿਤ ਰਹੇ, ਤੇ ਹੌਲੀ ਹੌਲੀ ਅਭਿਆਸ ਕਰਦੇ ਕਰਦੇ ਫਿਰ ਮਨੁੱਖ ਦਾ ਮਨ ਪਰਪੱਕ ਹੋ ਜਾਂਦਾ ਹੈ, ਅਡੋਲ ਹੋ ਜਾਂਦਾ ਹੈ, ਟਿਕ ਜਾਂਦਾ ਹੈ। ਸੋ ਸਤਿਗੁਰ ਕਹਿੰਦੇ ਪਰਮੇਸ਼ਵਰ ਸਹਿਜਤਾ ਦਾ ਵਿਸ਼ਾ ਹੈ, ਸਮਾਦ ਸਮਾਏ। ਤੇ ਇਸ ਸਹਿਜਤਾ ਦੇ ਨਾਲ ਹੀ ਫਿਰ ਤੂੰ ਉਸ ਪਰਮੇਸ਼ਵਰ ਦੀ ਜੋ ਸਹਿਜ ਸਮਾਧੀ ਤੋਂ ਭਾਵ ਜੋ ਅਡੋਲਤਾ ਹੈ ਉਹਦੇ ਵਿੱਚ ਸਮਾ ਜਾਏਗਾ, ਅਭੇਦ ਹੋ ਜਾਏਗਾ, ਤੈਨੂੰ ਮੰਜ਼ਿਲ ਦੀ ਪ੍ਰਾਪਤੀ ਹੋ ਜਾਏਗੀ, ਤੇਰਾ ਜੀਵਨ ਸਫਲ ਹੋ ਜਾਏਗਾ। ਸੋ ਪਾਤਸ਼ਾਹ ਬਖਸ਼ਿਸ਼ ਕਰ ਰਹੇ, ਜਨ ਨਾਨਕ ਹਰ ਹਰ ਚਾਓ ਮਨ, ਗੁਰ ਤੁਠਾ ਮੇਲੇ ਮਾਏ। ਸਵਾਲ ਖੜਾ ਹੋ ਜਾਂਦਾ ਹੈ, ਕਿਉਂਕਿ ਜਿਗਿਆਸੂ ਮਨ ਜਦੋਂ ਗੁਰੂ ਦੇ ਮਾਰਗ ਤੇ ਤੁਰਦਾ ਹੈ ਤੇ ਨਾਲ ਨਾਲ ਸਵਾਲ ਖੜੇ ਹੋ ਜਾਂਦੇ ਹਨ। ਕੌਣ ਮੇਲੇਗਾ? ਕਿਵੇਂ ਹੋ ਸਕਦਾ ਹੈ ਸਹਿਜ ਮਨ? ਕਿਵੇਂ ਅਸੀਂ ਉਸ ਪਰਮੇਸ਼ਵਰ ਦੇ ਵਿੱਚ ਅਭੇਦ ਹੋ ਜਾਂਦੇ ਹਾਂ, ਹੋ ਸਕਦੇ ਹਾਂ? ਤੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਹੀ ਸਾਨੂੰ ਉਸ ਦਾ ਹੱਲ ਬਖਸ਼ਿਸ਼ ਕਰਦੇ ਹਨ। ਕੀ ਕਰਨਾ ਹੈ? ਪਾਤਸ਼ਾਹ ਕਹਿੰਦੇ, ਜਨ ਨਾਨਕ ਹਰ ਹਰ ਚਾਓ ਮਨ। ਜਿਨ੍ਹਾਂ ਦੇ ਮਨ ਅੰਦਰ ਉਸ ਹਰੀ ਹਰ ਪਰਮੇਸ਼ਵਰ ਦਾ ਚਾਓ ਪੈਦਾ ਹੁੰਦਾ ਹੈ। ਤੁਸੀਂ ਦੇਖੋ, ਕਿਸੇ ਵੀ ਵਸਤੂ ਦੀ ਪ੍ਰਾਪਤੀ ਕਰਨੀ ਹੋਵੇ ਨਾ, ਤੇ ਪਹਿਲਾਂ ਉਹਦੇ ਵਾਸਤੇ ਮਨ ਵਿੱਚ ਚਾਅ ਪੈਦਾ ਹੁੰਦਾ ਹੈ। ਚਾਅ ਤੋਂ ਭਾਵ ਹੈ ਖਿੱਚ ਪੈਦਾ ਹੁੰਦੀ ਹੈ, ਆਕਰਸ਼ਣ ਪੈਦਾ ਹੁੰਦਾ ਹੈ। ਉਹਦੇ ਪ੍ਰਤੀ ਸਾਡਾ ਮਨ ਜੋ ਹੈ ਆਕਰਸ਼ਿਤ ਹੁੰਦਾ ਹੈ ਵੀ ਮੈਨੂੰ ਇਹ ਚੀਜ਼, ਇਹ ਵਸਤੂ ਚਾਹੀਦੀ ਹੈ। ਤੇ ਸ਼ਿੱਦਤ ਦੇ ਨਾਲ ਮਨੁੱਖ ਜਿਸ ਵਸਤੂ ਦੀ ਕਾਮਨਾ ਕਰਦਾ ਹੈ, ਚਾਹਨਾ ਰੱਖਦਾ ਹੈ, ਉਹ ਵਸਤੂ ਜੀਵਨ ਵਿੱਚ ਪ੍ਰਾਪਤ ਹੋ ਜਾਂਦੀ ਹੈ। ਚੰਗੀ ਹੋਵੇ ਚਾਹੇ ਮਾੜੀ, ਉਹ ਪ੍ਰਾਪਤ ਹੋ ਜਾਂਦੀ ਹੈ। ਕਈ ਵਾਰੀ ਮਨੁੱਖ ਬੁਰੇ ਕਰਮ ਦੇ ਬਾਰੇ ਆਕਰਸ਼ਿਤ ਹੋ ਜਾਂਦਾ ਹੈ ਤੇ ਉਹਦਾ ਜੀਵਨ ਬੁਰਾ ਹੋ ਜਾਂਦਾ ਹੈ, ਕਿਉਂਕਿ ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਇਹ ਜੀਵਨ ਦਾ ਫਲਸਫਾ ਹੈ। ਜਿਹੋ ਜਿਹਾ ਵਿਚਾਰ ਤੁਸੀਂ ਮਨ ਵਿੱਚ ਰੱਖਦੇ ਹੋ, ਜਿਹੋ ਜਿਹਾ ਬੀਜ ਤੁਸੀਂ ਧਰਤੀ ਵਿੱਚ ਬੀਜਦੇ ਹੋ, ਕੁਦਰਤ ਉਹਨੂੰ ਫਲੀਭੂਤ ਕਰ ਦਿੰਦੀ ਹੈ। ਉਹਨੂੰ ਕੋਈ ਫਰਕ ਨਹੀਂ ਪੈਂਦਾ ਵੀ ਤੁਸੀਂ ਕੰਡੇ ਬੀਜ ਰਹੇ ਹੋ ਜਾਂ ਤੁਸੀਂ ਫੁੱਲ ਬੀਜ ਰਹੇ ਹੋ, ਉਹਨੇ ਫਲੀਭੂਤ ਕਰ ਹੀ ਦੇਣਾ ਹੈ। ਇਸੇ ਤਰੀਕੇ ਨਾਲ ਜੋ ਵੀ ਵਿਚਾਰ ਤੁਹਾਡੇ ਮਨ ਵਿੱਚ ਹੈ, ਚੰਗਾ ਵੀ ਹੋ ਸਕਦਾ ਹੈ, ਮਾੜਾ ਵੀ ਹੋ ਸਕਦਾ ਹੈ, ਉਹ ਇੱਕ ਦਿਨ ਕਰਮ ਬਣ ਕੇ ਪ੍ਰਗਟ ਹੋ ਜਾਂਦਾ ਹੈ। ਇਹ ਸਿਧਾਂਤ ਹੈ ਪਰਮੇਸ਼ਵਰ ਦਾ, ਨੇਚਰ ਦਾ, ਕਿਉਂਕਿ ਪਰਮੇਸ਼ਵਰ ਤੇ ਨੇਚਰ ਦਾ ਸੁਭਾਅ ਇੱਕੋ ਜਿਹਾ ਹੈ। ਉਹ ਵਿਤਕਰਾ ਨਹੀਂ ਕਰਦਾ, ਉਹ ਭੇਦਭਾਵ ਨਹੀਂ ਕਰਦਾ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਜਿਨ੍ਹਾਂ ਦੇ ਮਨ ਅੰਦਰ ਉਸ ਪਰਮੇਸ਼ਵਰ ਦੇ ਪ੍ਰਤੀ ਖਿੱਚ ਪੈਦਾ ਹੋਈ ਹੈ, ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਵਰ ਦੇ ਪ੍ਰਤੀ ਚਾਅ ਪੈਦਾ ਹੋਇਆ ਹੈ, ਗੁਰ ਤੁਠਾ ਮੇਲੇ ਮਾਏ। ਫਿਰ ਗੁਰੂ ਉਹਨਾਂ ਦੇ ਉੱਤੇ ਤਰੁੱਠ ਕਰਕੇ ਤੇ ਉਹਨਾਂ ਦੀ ਜੋ ਮਿਲਾਪ ਹੈ, ਉਹਨਾਂ ਦਾ ਜੋ ਸੰਯੋਗ ਹੈ, ਉਹ ਪਰਮੇਸ਼ਵਰ ਦੇ ਨਾਲ ਬਖਸ਼ਿਸ਼ ਕਰ ਦਿੰਦੇ ਹਨ। ਗੁਰੂ ਕਿਰਪਾ ਦੇ ਦੁਆਰਾ ਹੀ ਇਹ ਸਾਧਨ, ਇਹ ਕਰਮ ਜੋ ਹੈ ਸੰਪੂਰਨ ਹੁੰਦਾ ਹੈ। ਸਤਿਗੁਰ ਹੀ ਉਹ ਵਿਚੋਲਾ ਹੈ, ਉਹ ਵਸੀਠ ਹੈ, ਵਕੀਲ ਹੈ, ਜੋ ਸਾਡੇ ਜੀਵਨ ਦੀ ਪੈਰਵਾਈ ਕਰਕੇ ਸਾਨੂੰ ਗੁਰੂ ਨਾਲ, ਗੁਰੂ ਦੇ ਦੁਆਰਾ ਹੀ ਪਰਮੇਸ਼ਵਰ ਦਾ ਮਿਲਾਪ ਹੈ। ਬਲਿਹਾਰੀ
ਗੁਰ ਆਪਣੇ ਦਿਉਹਾਰੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਦੇਵਤਿਆਂ ਦੀ ਗੱਲ ਅਸੀਂ ਕਰਦੇ ਹਾਂ। ਦੇਵਤਾ ਉਹ ਹੈ ਜੋ ਕਲਿਆਣਕਾਰੀ ਹੈ ਮਨੁੱਖਤਾ ਦੇ ਵਾਸਤੇ। ਅੱਜ ਬਹੁਤ ਸਾਰੇ ਮਨੁੱਖ ਜੋ ਸੰਸਾਰ ਦੇ ਵਿੱਚ ਗੁਰਮਤਿ ਦੇ ਧਾਰਨੀ ਹੋ ਕੇ ਸਮਾਜ ਸੇਵਾ ਵਿੱਚ ਲੱਗੇ ਹੋਏ ਹਨ, ਉਹਨਾਂ ਦੇ ਅੰਦਰ ਪਰਮੇਸ਼ਵਰ ਦੇ ਦੈਵੀ ਗੁਣ ਪ੍ਰਗਟ ਹੁੰਦੇ ਹਨ। ਜਿਵੇਂ ਸੂਰਜ ਦਾ ਪ੍ਰਗਟ ਹੋਣਾ ਪ੍ਰਕਾਸ਼ ਦਾ ਪ੍ਰਗਟ ਹੋਣਾ ਹੈ, ਪਰਮੇਸ਼ਵਰ ਦਾ ਪ੍ਰਗਟ ਹੋਣਾ ਪਰਮੇਸ਼ਵਰ ਦੇ ਗੁਣਾਂ ਦਾ ਪ੍ਰਗਟ ਹੋਣਾ ਹੈ। ਸੋ ਜਿਨ੍ਹਾਂ ਦੇ ਅੰਦਰ ਦੈਵੀ ਗੁਣ ਹਨ, ਦਇਆ ਹੈ, ਜੋ ਸਮਾਜ ਦੇ ਪ੍ਰਤੀ ਦਇਆ ਰੱਖਦੇ ਹਨ, ਜੋ ਸਮਾਜ ਦੇ ਪ੍ਰਤੀ ਪ੍ਰੇਮ ਰੱਖਦੇ ਹਨ, ਭਾਵਨਾ ਰੱਖਦੇ ਹਨ, ਉਹਨਾਂ ਦੇ ਅੰਦਰ ਪਰਮੇਸ਼ਵਰ ਦੀ ਉਹ ਦੈਵੀ ਸ਼ਕਤੀ ਜੋ ਹੈ ਉਹ ਪ੍ਰਗਟ ਹੁੰਦੀ ਹੈ। ਦੈਵੀ ਗੁਣਾਂ ਦਾ ਪ੍ਰਗਟ ਹੋਣਾ ਹੀ ਦੇਵਤਾ ਹੋਣਾ ਹੈ। ਮੰਦੇ ਕਰਮਾਂ ਦਾ ਪ੍ਰਗਟ ਹੋਣਾ, ਅਸੁਰੀ ਗੁਣਾਂ ਦਾ ਪ੍ਰਗਟ ਹੋਣਾ ਦੈਂਤ ਹੋਣਾ ਹੈ। ਮਨੁੱਖ ਦੇਵਤਾ ਵੀ ਹੋ ਸਕਦਾ ਹੈ, ਦੈਂਤ ਵੀ ਹੋ ਸਕਦਾ ਹੈ, ਉਹ ਆਪਣੇ ਵਿਚਾਰਾਂ ਕਰਕੇ। ਸੋ ਬਲਿਹਾਰੀ ਗੁਰ ਆਪਣੇ ਦਿਉਹਾਰੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਐਸੇ ਗੁਰ ਕਉ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੇ। ਗੁਰੂ ਸਮਰੱਥ ਹਨ। ਸਤਿਗੁਰੂ ਉਸ ਪਰਮੇਸ਼ਵਰ ਦੇ ਨਾਲ ਮਿਲਾਪ ਬਖਸ਼ਦੇ ਹਨ। ਮਹੱਲਾ ਚੌਥਾ। ਦੂਸਰੇ ਸ਼ਲੋਕ ਦੇ ਦੁਆਰਾ ਪਾਤਸ਼ਾਹ ਧੰਨ ਗੁਰੂ ਰਾਮਦਾਸ ਬਖਸ਼ਿਸ਼ ਕਰ ਰਹੇ ਹਨ। ਹਰ ਇਕਸ ਸੇਤੀ ਪਿਰਹੜੀ, ਹਰ ਇੱਕੋ ਮੇਰਾ ਚਿੱਤ। ਹੇ ਭਾਈ, ਉਸ ਇੱਕੋ ਪਰਮਾਤਮਾ ਦੇ ਨਾਲ ਹੀ ਸਾਡੀ ਪਿਰਹੜੀ ਪਿਆਰ ਹੈ। ਉਸ ਇੱਕੋ ਪਰਮੇਸ਼ਵਰ ਦੇ ਨਾਲ ਹੀ ਸਾਡੀ ਪ੍ਰੀਤ ਹੈ। ਹਰ ਇੱਕੋ ਮੇਰਾ ਚਿੱਤ, ਤੇ ਉਹ ਇੱਕੋ ਪਰਮੇਸ਼ਵਰ ਹੀ ਮੇਰੇ ਚੇਤੇ ਦੇ ਵਿੱਚ ਹੈ। ਮੈਂ ਇੱਕੋ ਪਰਮੇਸ਼ਵਰ ਦੇ ਨਾਲ ਹੀ ਪ੍ਰੀਤ ਕੀਤੀ ਹੈ, ਇੱਕੋ ਪਰਮੇਸ਼ਵਰ ਦੇ ਨਾਲ ਹੀ ਪ੍ਰੇਮ ਪਾਇਆ ਹੈ, ਰੱਖਿਆ ਹੈ, ਤੇ ਇੱਕੋ ਪਰਮੇਸ਼ਵਰ ਨੂੰ ਹੀ ਸਿਮਰਦੇ ਹਾਂ। ਇੱਕੋ ਪਰਮੇਸ਼ਵਰ ਦੇ ਨਾਲ ਸਾਡੀ ਭਾਵਨਾ ਹੈ, ਇੱਕੋ ਪਰਮੇਸ਼ਵਰ ਹੀ ਸਾਡੇ ਚੇਤੇ ਦੇ ਵਿੱਚ ਹੈ। ਉਹ ਇੱਕ ਹੀ ਹੈ ਜੋ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ। ਸਾਰੀ ਸ੍ਰਿਸ਼ਟੀ ਦੇ ਉੱਤੇ ਉਸ ਇੱਕ ਪਰਮੇਸ਼ਵਰ ਦਾ ਹੀ ਹੁਕਮ ਹੈ। ਅੱਜ ਸੰਸਾਰ ਦੇ ਉੱਤੇ ਵੱਖ-ਵੱਖ ਹਕੂਮਤਾਂ ਹਨ, ਵੱਖ-ਵੱਖ ਰਾਜ ਹਨ, ਵੱਖ-ਵੱਖ ਪ੍ਰਬੰਧ ਹਨ, ਤੇ ਸਾਰਿਆਂ ਨੂੰ ਇਸ ਗੱਲ ਦਾ ਭੁਲੇਖਾ ਪੈ ਜਾਂਦਾ ਹੈ ਵੀ ਸ਼ਾਇਦ ਸਾਡੇ ਹੱਥ ਵਿੱਚ ਹੈ। ਪਰ ਸਭ ਤੋਂ ਉੱਤੇ ਇੱਕ ਰਾਜਾ ਹੈ, ਇੱਕ ਪ੍ਰਬੰਧ ਹੈ, ਜਿਸ ਨੂੰ ਅਸੀਂ ਪਰਮੇਸ਼ਵਰ ਕਹਿੰਦੇ ਹਾਂ। ਜਦੋਂ ਉਹ ਹੁਕਮ ਵਰਤਦਾ ਹੈ ਤੇ ਉਦੋਂ ਸਾਰੇ ਰਾਜ ਪ੍ਰਬੰਧ ਜੋ ਹਨ ਉਹ ਫੇਲ ਹੋ ਜਾਂਦੇ ਹਨ। ਉਹ ਸਾਰੇ ਰਾਜ ਹਕੂਮਤਾਂ ਨੂੰ ਸਮੇਟ ਸਕਦਾ ਹੈ, ਬਣਾ ਸਕਦਾ ਹੈ, ਇਹ ਉਹਦੇ ਹੱਥ ਵਿੱਚ ਹੈ। ਸੋ ਸਤਿਗੁਰ ਕਹਿੰਦੇ ਉਹ ਜੋ ਸੁਪਰੀਮ ਲਾਰਡ ਪਾਵਰ ਹੈ, ਅਸੀਂ ਉਸ ਨੂੰ ਆਪਣੇ ਚੇਤੇ ਵਿੱਚ ਰੱਖਿਆ ਹੈ, ਅਸੀਂ ਉਸ ਨੂੰ ਆਪਣੇ ਮਨ ਵਿੱਚ ਟਿਕਾਇਆ ਹੈ। ਜਨ ਨਾਨਕ ਇੱਕ ਆਰਾਧ ਹਰ, ਪ੍ਰਭ ਇਕਸ ਤੇ ਗਤ ਪਤ। ਪਾਤਸ਼ਾਹ ਬਖਸ਼ਿਸ਼ ਕਰਦੇ, ਜਨ ਨਾਨਕ ਇੱਕ ਆਰਾਧ ਹਰ, ਇਕਸ ਤੇ ਗਤ ਪਤ। ਗਤ ਦਾ ਭਾਵ ਹੈ ਕਲਿਆਣ, ਤੇ ਪਤ ਦਾ ਭਾਵ ਹੈ ਮਾਣ ਇੱਜ਼ਤ। ਉਸ ਇੱਕ ਪਰਮਾਤਮਾ ਨੂੰ ਆਰਾਧ, ਸਿਮਰ, ਤੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੈ। ਉਹ ਜੋ ਪਰ ਵਿਸ਼ੇਸ਼ ਕਰਕੇ ਪੰਜਾਂ ਤੱਤਾਂ ਤੋਂ ਪਰੇ ਪਰਮੇਸ਼ਵਰ ਹੈ, ਉਸ ਇੱਕ ਦੀ ਆਰਾਧਨਾ ਕਰ, ਉਸ ਇੱਕ ਦਾ ਸਿਮਰਨ ਕਰ, ਉਸ ਇੱਕ ਦੇ ਉੱਤੇ ਡਿਪੈਂਡ ਹੋ। ਉਹ ਇੱਕ ਪਰਮੇਸ਼ਵਰ ਤੇਰੀ ਸੰਸਾਰ ਦੇ ਅੰਦਰ ਮਾਣ ਵਡਿਆਈ ਵੀ ਕਰਵਾਏਗਾ, ਕਿਉਂਕਿ ਮਾਣ ਵਡਿਆਈ ਦੇ ਵਾਸਤੇ ਪਦਾਰਥ ਦਾ ਹੋਣਾ ਬੜਾ ਜ਼ਰੂਰੀ ਹੈ, ਸ਼ੋਹਰਤ ਰੁਤਬੇ ਦਾ ਹੋਣਾ ਬੜਾ ਜ਼ਰੂਰੀ ਹੈ। ਨਿਰਧਨ ਆਦਰ ਕੋ ਨਾ ਦੇ। ਨਿਰਧਨ ਗਰੀਬ ਮਨੁੱਖ ਨੂੰ ਕੌਣ ਆਦਰ ਦਿੰਦਾ ਹੈ, ਕੌਣ ਮਾਣ ਕਰਦਾ ਹੈ? ਇਹ ਤੇ ਪਰਮੇਸ਼ਵਰ ਹੀ ਹੈ, ਇਹ ਤੇ ਗੁਰੂ ਹੀ ਹੈ ਜੋ ਨਿਮਾਣਿਆਂ ਨੂੰ ਮਾਣ ਬਖਸ਼ਦਾ ਹੈ, ਜੋ ਨਿਤਾਣਿਆਂ ਨੂੰ ਤਾਣ ਬਖਸ਼ਦਾ ਹੈ, ਜੋ ਨਿਓਟਿਆਂ ਨੂੰ ਓਟ ਬਖਸ਼ਦਾ ਹੈ, ਜੋ ਨਿਧਰਿਆਂ ਦੀ ਧਿਰ ਬਣਦਾ ਹੈ, ਜੋ ਨਿਥਾਵਿਆਂ ਦੇ ਥਾਂ ਬਣਦੇ ਹਨ। ਸੰਸਾਰ ਵਿੱਚ ਸਤਿਗੁਰ ਕਹਿੰਦੇ ਨਿਰਧਨ ਆਦਰ ਕੋ ਨਾ ਦੇ। ਜਿਹੜਾ ਮਨੁੱਖ ਗਰੀਬ ਹੈ, ਲਾਚਾਰ ਹੈ, ਕਮਜ਼ੋਰ ਹੈ, ਉਹਦੀ ਬਾਂਹ ਕੋਈ ਨਹੀਂ ਫੜਦਾ। ਆਪਣੇ ਸਾਕ ਸੱਜਣ ਵੀ ਬਾਂਹ ਛੱਡ ਦਿੰਦੇ ਹਨ, ਪਾਸਾ ਵੱਟ ਜਾਂਦੇ ਹਨ। ਜਾ ਕੋ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ। ਲਾਗੂ ਹੋਏ ਦੁਸ਼ਮਨਾ, ਸਾਕ ਪੇ ਭੱਜ ਖਲੇ।
ਆ ਜਿਨ੍ਹਾਂ ਨੂੰ ਕਰੋਨਾ ਪ੍ਰਗਟ ਹੋ ਜਾਂਦਾ ਹੈ ਨਾ, ਸਾਕ ਸੱਜਣ ਵੀ ਸਾਥ ਛੱਡ ਜਾਂਦੇ ਹਨ, ਰਿਸ਼ਤੇਦਾਰ ਸੱਕੇ ਵੀ ਕਹਿੰਦੇ ਹਨ ਅਸੀਂ ਨਹੀਂ ਹੁਣ ਨੇੜੇ ਲੱਗਣਾ। ਪਾਤਸ਼ਾਹ ਨੇ ਸਾਨੂੰ ਪਹਿਲਾਂ ਹੀ ਸਮਝਾ ਦਿੱਤਾ, ਜਾ ਕਉ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਕ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੂਕੇ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਵਾਓ। ਸਤਿਗੁਰ ਕਹਿੰਦੇ ਜੇ ਚੇਤੇ ਵਿੱਚ ਪਰਮੇਸ਼ਵਰ ਰਹੇ ਤੇ ਤਤੀ ਵਾਹ ਨਹੀਂ ਲੱਗਣ ਦਿੰਦਾ। ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸ਼ਰਣਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ, ਰਾਖ ਲੀਏ ਤਿਨ ਰੱਖਣ ਹਾਰ ਸਭ ਬਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਜਦੋਂ ਪ੍ਰਾਣ ਪੰਖੇਰੂ ਉੱਡ ਗਏ, ਇਹ ਸਰੀਰ ਮਿੱਟੀ ਦਾ ਪੁਤਲਾ ਹੈ, ਭਾਵੇਂ ਇਹਨੂੰ ਰੋੜ ਦਿਓ, ਭਾਵੇਂ ਦੱਬ ਦਿਓ, ਭਾਵੇਂ ਸਾੜ ਦਿਓ, ਕੀ ਫਰਕ ਪੈਂਦਾ ਹੈ। ਪਰ ਉਹ ਜੀਵ ਆਤਮਾ ਦਾ ਸਫ਼ਰ ਮੁੱਕਣ ਵਾਲਾ ਨਹੀਂ ਹੈ। ਜੀਵਨ ਸਫਲ ਉਦੋਂ ਹੀ ਹੋਵੇਗਾ ਜਦੋਂ ਗੁਰੂ ਪਰਮੇਸ਼ਰ ਨੂੰ ਚੇਤੇ ਵਿੱਚ ਰੱਖ ਕੇ ਸੰਸਾਰ ਤੋਂ ਅਸੀਂ ਕੂਚ ਕਰਾਂਗੇ। ਸੋ ਸਤਿਗੁਰ ਕਹਿੰਦੇ ਉਸ ਇੱਕ ਪਰਮੇਸ਼ਰ ਦੇ ਨਾਲ ਤੈਨੂੰ ਸੰਸਾਰ ਦੇ ਵਿੱਚ ਇੱਜ਼ਤ ਮਿਲੇਗੀ, ਮਾਣ ਮਿਲੇਗਾ, ਗੱਤ, ਤੇ ਤੇਰੀ ਕਲਿਆਣ ਵੀ ਹੋ ਜਾਵੇਗੀ। ਇੱਥੇ ਇੱਜ਼ਤ ਪੱਤ ਦਾ ਹੋਣਾ ਬੜਾ ਜ਼ਰੂਰੀ ਹੈ। ਇੱਜ਼ਤ ਮਾਣ ਤੋਂ ਬਿਨਾਂ ਵੀ ਕਾਹਦਾ ਜੀਵਨ ਹੈ। ਜਿਸ ਦਾ ਕੋਈ ਮਾਣ ਨਹੀਂ ਹੈ, ਕੋਈ ਸਤਿਕਾਰ ਨਹੀਂ ਹੈ, ਜਿਸ ਨੂੰ ਕੋਈ ਪੁੱਛਦਾ ਨਹੀਂ ਹੈ, ਐਸੇ ਮਨੁੱਖ ਦਾ ਕੀ ਜੀਵਨ ਹੈ। ਐਸੇ ਮਨੁੱਖ ਨੂੰ ਤੇ ਸਤਿਗੁਰ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੈ ਦਿਨ ਰਾਤ। ਉਹ ਮਨੁੱਖ ਪਸ਼ੂ ਦੇ ਤੁੱਲ ਹੈ। ਉਹ ਮਨੁੱਖ ਅਖਵਾਉਣ ਦਾ ਹੱਕ ਨਹੀਂ ਰੱਖਦਾ, ਜਿਹਦੇ ਕਰਮ ਜਿਹੜੇ ਹਨ ਉਹ ਮਨੁੱਖਤਾ ਵਾਲੇ ਨਹੀਂ ਹਨ। ਇੱਜ਼ਤ ਦਾ ਹੋਣਾ, ਮਾਣ ਦਾ ਹੋਣਾ, ਪਦਾਰਥਾਂ ਦਾ ਹੋਣਾ, ਇਹ ਬੜਾ ਜ਼ਰੂਰੀ ਹੈ। ਇਹ ਸਭ ਪਰਮੇਸ਼ਰ ਦੀ ਕਿਰਪਾ ਨਾਲ ਹੀ ਮਿਲਦਾ ਹੈ। ਚਾਹੁੰਦਾ ਤੇ ਹਰ ਕੋਈ ਮਨੁੱਖ ਹੈ ਇੱਜ਼ਤ ਹੋਵੇ, ਮਾਣ ਹੋਵੇ, ਵਡਿਆਈ ਹੋਵੇ, ਸ਼ੋਹਰਤ ਹੋਵੇ, ਪਦਾਰਥਾਂ ਦੀ ਕਮੀ ਨਾ ਹੋਵੇ, ਪਰ ਮਿਲਦਾ ਉਸ ਨੂੰ ਹੈ ਜਿਹਦੇ ਤੇ ਉਹਦੀ ਬਖਸ਼ਿਸ਼ ਹੁੰਦੀ ਹੈ, ਜਿਹੜਾ ਗੁਰੂ ਦੇ ਮਾਰਗ ਤੇ ਤੁਰਦਾ ਹੈ। ਮਾਰਗ ਤੇ ਤੁਰਨ ਤੋਂ ਭਾਵ ਜਿਹੜਾ ਗੁਰੂ ਦੀ ਵਿਚਾਰ ਤੇ ਤੁਰਦਾ ਹੈ, ਉਹਨੂੰ ਜੀਵਨ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ। ਉਹਦੀ ਇੱਥੇ ਵੀ ਮਾਣ ਵਡਿਆਈ ਤੇ ਦਰਗਾਹ ਦੇ ਵਿੱਚ ਵੀ ਉਹਨੂੰ ਇੱਜ਼ਤ ਮਾਣ ਮਿਲਦਾ ਹੈ। ਸਤਿਗੁਰ ਕਹਿੰਦੇ ਰੇ ਰੇ ਦਰਗਹ ਕਹਿ ਨਾ ਕਉ, ਆਓ ਬੈਠ ਆਦਰ ਸੁਭ ਦਿਓ। ਇੱਥੇ ਸੰਸਾਰ ਵਿੱਚ ਉਹ ਜਿੱਥੇ ਵੀ ਜਾਂਦੇ ਹਨ ਉਹਨਾਂ ਨੂੰ ਇੱਜ਼ਤ ਮਿਲਦੀ ਹੈ, ਤੇ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਇੱਜ਼ਤ ਮਿਲਦੀ ਹੈ। ਸੋ ਪਾਤਸ਼ਾਹ ਕਹਿੰਦੇ ਉਸ ਪਰਮੇਸ਼ਵਰ ਦਾ ਸਦਕਾ ਇਕਸ ਤੇ ਗਤ ਪਤ, ਗਤ ਕਲਿਆਣ ਤੇ ਪਤ ਮਾਣ ਉਸ ਪਰਮੇਸ਼ਵਰ ਦੇ ਕਰਕੇ ਹੀ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਨੂੰ ਮਿਲਿਆ ਹੈ ਉਹਨਾਂ ਨੂੰ ਸ਼ੁਕਰਾਨੇ ਕਰਨੇ ਚਾਹੀਦੇ ਹਨ। ਹੇ ਪਰਮੇਸ਼ਰ, ਇਹ ਸਭ ਕੁਝ ਤੇਰਾ ਸਦਕਾ ਹੈ, ਨਹੀਂ ਤੇ ਆਉਂਦਿਆਂ ਤੇ ਜਾਂਦਿਆਂ ਦੇਰ ਨਹੀਂ ਲੱਗਦੀ। ਇੱਜ਼ਤ ਮਾਣ ਪ੍ਰਾਪਤ ਹੁੰਦਿਆਂ ਤੇ ਜਾਂਦਿਆਂ ਵੀ ਦੇਰ ਨਹੀਂ ਲੱਗਦੀ। ਇਸ ਕਰਕੇ ਹਮੇਸ਼ਾ ਉਸ ਨੂੰ ਸ਼ੁਕਰਾਨੇ ਦੇ ਤੌਰ ਤੇ ਹੀ ਲੈਣਾ ਚਾਹੀਦਾ ਹੈ, ਦਾਤ ਸਮਝ ਕੇ ਲੈਣਾ ਚਾਹੀਦਾ ਹੈ। ਤੇ ਦਾਤ ਸਮਝ ਕੇ ਜਦੋਂ ਤੱਕ ਅਸੀਂ ਉਹਨੂੰ ਹੰਡਾਉਂਦੇ ਹਾਂ ਤੇ ਉਹਦਾ ਰਸ ਆਉਂਦਾ ਹੈ, ਆਨੰਦ ਆਉਂਦਾ ਹੈ। ਜੇ ਇੱਜ਼ਤ ਮਾਣ ਹੰਕਾਰ ਬਣ ਜਾਏ ਤੇ ਉਹ ਰੋਗ ਬਣ ਜਾਂਦਾ ਹੈ, ਉਹ ਦੁੱਖ ਦਾ ਕਾਰਨ ਬਣਦਾ ਹੈ। ਸੋ ਪਾਤਸ਼ਾਹ ਕਹਿੰਦੇ ਉਸ ਇੱਕੋ ਪਰਮੇਸ਼ਰ ਤੋਂ ਹੀ ਗਤ ਤੇ ਪਤ ਜੋ ਹੈ ਉਹ ਪ੍ਰਾਪਤ ਹੁੰਦੀ ਹੈ। ਪੌੜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੌੜੀ ਦੇ ਦੁਆਰਾ ਬਖਸ਼ਿਸ਼ ਕਰ ਰਹੇ ਹਨ। ਪੰਚੇ ਸ਼ਬਦ ਵਜੇ ਮਤ ਗੁਰਮਤ, ਵੱਡ ਭਾਗੀ ਅਨਹਦ ਵਜਿਆ। ਪੰਚੇ ਸ਼ਬਦ ਵਜੇ ਮਤ ਗੁਰਮਤ। ਪੰਚੇ ਸ਼ਬਦ ਤੋਂ ਭਾਵ ਹੈ ਉੱਤਮ ਉਪਦੇਸ਼, ਸ੍ਰੇਸ਼ਟ ਸ਼ਬਦ, ਸ੍ਰੇਸ਼ਟ ਗਿਆਨ। ਪੰਚੇ ਸ਼ਬਦ ਅਸੀਂ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਪੜ੍ਹਦੇ ਹਾਂ ਨਾ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਪੰਚੇ ਤੋਂ ਭਾਵ ਹੈ ਜੋ ਸ੍ਰੇਸ਼ਟ ਹੈ, ਜੋ ਉੱਤਮ ਹੈ, ਜੋ ਕਲਿਆਣਕਾਰੀ ਹੈ। ਸ਼ਬਦ ਵਜੇ ਮਤ ਗੁਰਮਤ, ਮਤ ਦੇ ਅੰਦਰ, ਸੁਰਤ ਦੇ ਅੰਦਰ ਸ੍ਰੇਸ਼ਟ ਸ਼ਬਦ ਕਦੋਂ ਜਾਗਰਤ ਹੁੰਦਾ ਹੈ, ਸ੍ਰੇਸ਼ਟ ਗਿਆਨ ਕਦੋਂ ਟਿਕਦਾ ਹੈ। ਸਤਿਗੁਰ ਪਾਤਸ਼ਾਹ ਕਹਿੰਦੇ ਗੁਰਮਤ, ਗੁਰੂ ਦੀ ਮਤ ਦੇ ਦੁਆਰਾ, ਗੁਰੂ ਦੀ ਸਿੱਖਿਆ ਦੇ ਦੁਆਰਾ, ਭਾਵ ਗੁਰਬਾਣੀ ਦੇ ਦੁਆਰਾ, ਹੋਰ ਕੋਈ ਰਸਤਾ ਨਹੀਂ ਹੈ। ਦੁਨੀਆ ਦੇ ਜਿੰਨੇ ਮਰਜ਼ੀ ਗ੍ਰੰਥ
ਕਿਤਾਬਾਂ ਮਨੁੱਖ ਪੜ੍ਹ ਲਵੇ, ਪਰ ਜਦੋਂ ਤੱਕ ਗੁਰਮਤਿ ਦੇ ਨਾਲ ਜੁੜਦਾ ਨਹੀਂ ਹੈ, ਗੁਰੂ ਦੀ ਸਿੱਖਿਆ ਦੇ ਨਾਲ ਜੁੜਦਾ ਨਹੀਂ ਹੈ, ਕੋਈ ਕਾਰਨ ਨਹੀਂ ਹੈ ਕਿ ਮਨ ਦੇ ਅੰਦਰ ਪੰਚੇ ਸ਼ਬਦ ਸ੍ਰੇਸ਼ਟ ਗਿਆਨ ਪ੍ਰਗਟ ਹੋ ਆਵੇ। ਅੱਜ ਸੰਸਾਰ ਦੇ ਵਿੱਚ ਕੋਈ ਐਸਾ ਮਨੁੱਖ ਨਜ਼ਰ ਨਹੀਂ ਆਉਂਦਾ ਜਿਹੜਾ ਮਨੁੱਖਤਾ ਦੀ ਕਲਿਆਣ ਦੀ ਗੱਲ ਕਰਦਾ ਹੋਵੇ, ਸਮਾਜਿਕ ਕਲਿਆਣ ਦੀ ਗੱਲ ਕਰਦਾ ਹੋਵੇ, ਸਾਂਝੀਵਾਲਤਾ ਦੀ ਗੱਲ ਕਰਦਾ ਹੋਵੇ। ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਸ਼ਬਦ ਗੁਰੂ ਦੀ ਦਾਤ ਬਖਸ਼ਿਸ਼ ਕੀਤੀ ਹੈ, ਜੋ ਅਡੋਲ ਹਨ, ਜੋ ਡੋਲਦੇ ਨਹੀਂ ਹਨ, ਜੋ ਸਦਾ ਰਹਿਣ ਵਾਲੇ ਹਨ। ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਅੱਜ ਤੁਹਾਨੂੰ ਇੱਕ ਦਿਨ ਜੇ ਕੋਈ ਮਨੁੱਖ ਇੱਕ ਵਿਚਾਰ ਰੱਖਦਾ ਹੋਇਆ ਨਜ਼ਰ ਆਉਂਦਾ ਹੈ, ਦੂਜੇ ਦਿਨ ਵਿਚਾਰ ਬਦਲ ਜਾਂਦੀ ਹੈ, ਹਾਲਾਤ ਬਦਲਦੇ ਹਨ, ਵਿਚਾਰ ਬਦਲ ਜਾਂਦੀ ਹੈ। ਪਰ ਗੁਰੂ ਐਸਾ ਹੈ, ਸਤਿਗੁਰ ਐਸੇ ਹਨ ਜਿਨ੍ਹਾਂ ਦੀ ਵਿਚਾਰ ਹਾਲਾਤਾਂ ਦੇ ਹਿਸਾਬ ਨਾਲ ਨਹੀਂ ਬਦਲਦੀ, ਜਿਨ੍ਹਾਂ ਦੀ ਵਿਚਾਰ ਸਮੇਂ ਦੇ ਅਨੁਸਾਰ ਨਹੀਂ ਬਦਲਦੀ। ਜੋ ਕਹਿ ਦਿੱਤਾ ਸੋ ਕਹਿ ਦਿੱਤਾ, ਤੇ ਜੋ ਕਿਹਾ ਉਸ ਨੂੰ ਕਰਕੇ ਵੀ ਵਿਖਾਇਆ ਹੈ। ਇਸੇ ਕਰਕੇ ਪਾਤਸ਼ਾਹ ਨੇ ਸਾਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਦਾਤ ਬਖਸ਼ਿਸ਼ ਕੀਤੀ। ਸੋ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਪੰਚੇ ਸ਼ਬਦ ਵੱਜੇ ਮਤ, ਇਹ ਸ੍ਰੇਸ਼ਟ ਉੱਤਮ ਸ਼ਬਦ ਗਿਆਨ, ਸ੍ਰੇਸ਼ਟ ਗਿਆਨ ਗੁਰੂ ਦੇ ਦੁਆਰਾ, ਗੁਰਮਤ ਗੁਰੂ ਦੀ ਮਤ ਦੇ ਦੁਆਰਾ ਹਿਰਦੇ ਰੂਪੀ ਘਰ ਦੇ ਵਿੱਚ ਵੱਜੇ, ਪ੍ਰਗਟ ਹੋਏ। ਵਡਭਾਗੀ ਅਨਹਦ ਵੱਜਿਆ, ਉਹ ਵੱਡਿਆਂ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਮਨ ਵਿੱਚ ਇੱਕ ਰਸ ਗੁਰੂ ਦਾ ਸ਼ਬਦ ਵੱਜਿਆ ਹੈ, ਪ੍ਰਗਟ ਹੋ ਆਇਆ ਹੈ। ਉਹ ਵੱਡਿਆਂ ਭਾਗਾਂ ਵਾਲੇ ਹਨ ਜਿਹੜੇ ਬਹਿੰਦੇ ਉੱਠਦੇ ਪਰਮੇਸ਼ਰ ਨੂੰ ਚੇਤਾ ਰੱਖਦੇ ਹਨ, ਜਿਨ੍ਹਾਂ ਦੇ ਮਨ ਅੰਦਰ ਹਰ ਵੇਲੇ ਪਰਮੇਸ਼ਰ ਦਾ ਸਿਮਰਨ ਚੱਲਦਾ ਹੈ, ਵਾਹਿਗੁਰੂ ਮੰਤਰ ਚੱਲਦਾ ਹੈ, ਗੁਰੂ ਮੰਤਰ ਚੱਲਦਾ ਹੈ, ਜਿਨ੍ਹਾਂ ਦੇ ਮਨ ਅੰਦਰ ਹਮੇਸ਼ਾ ਪਰਮੇਸ਼ਰ ਦੀ ਯਾਦ ਬਣੀ ਰਹਿੰਦੀ ਹੈ। ਕਦੇ ਕਰਕੇ ਦੇਖੋ, ਬਹੁਤ ਕੁਝ ਕਰਦੇ ਹਾਂ ਅਸੀਂ ਜੀਵਨ ਨੂੰ ਸੁਖਮਈ ਕਰਨ ਦੇ ਵਾਸਤੇ। 5, 7, 10 ਦਿਨ ਕੋਸ਼ਿਸ਼ ਕਰਕੇ ਦੇਖੋ ਵੀ ਮੈਂ ਸਵੇਰ ਤੋਂ ਸ਼ਾਮ ਤੱਕ ਪਰਮੇਸ਼ਰ ਨੂੰ ਭੁੱਲਣਾ ਨਹੀਂ ਹੈ, ਚੇਤਾ ਰੱਖਣਾ ਹੈ, ਸਿਰਫ ਇੰਨਾ ਹੀ ਕਰਮ ਕਰਨਾ ਹੈ ਵੀ ਸਵੇਰ ਤੋਂ ਸ਼ਾਮ ਤੱਕ ਜਦੋਂ ਜਾਗਣਾ ਹੈ, ਉਦੋਂ ਤੋਂ ਲੈ ਕੇ ਜਦੋਂ ਤੱਕ ਨੀਂਦ ਨਹੀਂ ਆ ਜਾਂਦੀ, ਪਰਮੇਸ਼ਰ ਨੂੰ ਭੁੱਲਣਾ ਨਹੀਂ ਹੈ ਕਿਸੇ ਵੀ ਤਰੀਕੇ ਨਾਲ। ਤੁਸੀਂ ਬਾਣੀ ਪੜ੍ਹ ਸਕਦੇ ਹੋ, ਤੁਸੀਂ ਸਿਮਰਨ ਕਰ ਸਕਦੇ ਹੋ, ਤੁਸੀਂ ਕੋਈ ਸੇਵਾ ਕਰ ਸਕਦੇ ਹੋ, ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਕੋਸ਼ਿਸ਼ ਕਰੋ ਵੀ ਮੈਂ ਪਰਮਾਤਮਾ ਨੂੰ 5-7 ਦਿਨ ਭੁੱਲਣਾ ਨਹੀਂ ਹੈ, ਲਗਾਤਾਰ ਚੇਤੇ ਵਿੱਚ ਰੱਖਣਾ ਹੈ। ਤੇ ਉਸ ਦਾ ਜੋ ਆਨੰਦ ਹੈ, ਉਸ ਦਾ ਜੋ ਸੁਖ ਪ੍ਰਾਪਤ ਹੋਵੇਗਾ, ਫਿਰ ਉਹ ਬਾਅਦ ਵਿੱਚ ਤੁਹਾਨੂੰ ਆਪਣੇ ਆਪ ਹੀ ਭੁੱਲਣਾ ਨਹੀਂ ਹੈ। ਕੁਛ ਦਿਨ ਕੋਸ਼ਿਸ਼ ਕਰਨ ਦੀ ਲੋੜ ਹੈ, ਪ੍ਰੈਕਟੀਕਲ ਬਹੁਤ ਜ਼ਰੂਰੀ ਹੈ। ਸੋ ਸਤਿਗੁਰ ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦਾ ਸ਼ਬਦ ਵੱਜਿਆ ਹੈ, ਪ੍ਰਗਟ ਹੋਇਆ ਹੈ। ਆਨੰਦ ਮੂਲ ਰਾਮ ਸਭ ਦੇਖਿਆ, ਆਨੰਦ ਜੋ ਪਰਮੇਸ਼ਰ ਆਨੰਦ ਸਵਰੂਪ ਹੈ, ਤੇਰਾ ਘਰ ਆਨੰਦ ਵਧਾਈ ਤੁਧ ਘਰ। ਪਰਮੇਸ਼ਰ ਦੇ ਘਰ ਸਦਾ ਆਨੰਦ ਹੈ। ਅਸੀਂ ਪਰਮੇਸ਼ਰ ਦੇ ਘਰ ਵਿੱਚ ਨਹੀਂ ਹਾਂ, ਇਸੇ ਕਰਕੇ ਦੁਖੀ ਹਾਂ, ਇਸੇ ਕਰਕੇ ਚਿੰਤਾ ਦੇ ਵਿੱਚ ਹਾਂ, ਭੈ ਦੇ ਵਿੱਚ ਹਾਂ। ਪਰਮੇਸ਼ਰ ਦੇ ਘਰ ਕੋਈ ਚਿੰਤਾ ਨਹੀਂ ਹੈ, ਕੋਈ ਡਰ ਨਹੀਂ ਹੈ। ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਗੁਰੂ ਨਾਨਕ ਸਾਹਿਬ ਜੀ ਨੇ ਉਹ ਅਵਸਥਾ ਮਨੁੱਖਤਾ ਨੂੰ ਦਿੱਤੀ ਹੈ, ਮਨੁੱਖੀ ਜੀਵਨ ਨੂੰ, ਸੰਸਾਰ ਨੂੰ ਉਸ ਅਵਸਥਾ ਦਾ ਧਾਰਨੀ ਬਣਾਇਆ ਹੈ, ਹੱਕਦਾਰ ਬਣਾਇਆ ਹੈ, ਜਿੱਥੇ ਕੋਈ ਡਰ ਨਹੀਂ ਹੈ, ਕੋਈ ਚਿੰਤਾ ਨਹੀਂ ਹੈ, ਕੋਈ ਭੈ ਨਹੀਂ ਹੈ। ਗੁਰਮੁਖ ਮਨੁੱਖ ਨਾ ਕਿਸੇ ਨੂੰ ਡਰ ਦਿੰਦਾ ਹੈ ਤੇ ਨਾ ਹੀ ਕਿਸੇ ਤੋਂ ਡਰਦਾ ਹੈ। ਅੱਜ ਜਾਂ ਤੇ ਡਰਾਉਣ ਵਾਲੇ ਮਿਲਦੇ ਹਨ ਸੰਸਾਰ ਵਿੱਚ, ਜਾਂ ਡਰਨ ਵਾਲੇ ਮਿਲਦੇ ਹਨ। ਪਰ ਗੁਰਮੁਖ ਨਾ ਤੇ ਡਰਦਾ ਹੈ ਨਾ ਡਰਾਉਂਦਾ ਹੈ, ਉਹ ਮਸਤੀ ਵਿੱਚ ਰਹਿੰਦਾ ਹੈ, ਆਨੰਦ ਵਿੱਚ ਰਹਿੰਦਾ ਹੈ। ਸੋ ਸਤਿਗੁਰ ਕਹਿੰਦੇ ਆਨੰਦ ਮੂਲ ਰਾਮ ਸਭ ਦੇਖਿਆ। ਜਦੋਂ ਗੁਰੂ ਦੇ ਦੁਆਰਾ ਗੁਰੂ ਸ਼ਬਦ ਹਿਰਦੇ ਰੂਪੀ ਘਰ ਵਿੱਚ ਪ੍ਰਗਟ ਹੋ ਆਇਆ ਹੈ, ਤੇ ਫਿਰ ਘਰ ਹਿਰਦਾ ਆਨੰਦ ਦਾ ਰੂਪ ਬਣ ਗਿਆ ਹੈ, ਆਨੰਦ ਦਾ ਸਵਰੂਪ ਬਣ ਗਿਆ ਹੈ, ਆਨੰਦਮਈ ਬਣ ਗਿਆ ਹੈ। ਮੂਲ ਰਾਮ, ਉਹ ਜੋ ਰਾਮ ਸਾਰੀ ਸ੍ਰਿਸ਼ਟੀ ਦਾ ਮੂਲ ਹੈ, ਮੁੱਢ ਹੈ, ਉਸੇ ਤੋਂ ਸ਼ੁਰੂਆਤ ਹੋਈ ਹੈ। ਉਸ ਪਰਮੇਸ਼ਵਰ ਨੇ ਹੀ ਇਹ ਸਾਰੀ ਕਾਇਨਾਤ ਦ੍ਰਿਸ਼ਟਮਾਨ ਸੰਸਾਰ ਰਚਿਆ ਹੈ।
कोट ब्रह्मांड को ठाकुर स्वामी सर्ब जियां का दाता रे। ਉਹ ਸਾਰਿਆਂ ਜੀਆਂ ਨੂੰ ਦਾਤਾ ਦੇਣ ਵਾਲਾ ਹੈ, ਸਾਰਿਆਂ ਨੂੰ ਸਾਰੇ ਸੁਖ ਦੇਣ ਵਾਲਾ ਹੈ, ਮੂਲ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦੇਂਦੇ ਟੋਟ ਨਾ ਆਵਈ, ਅਗਣਤ ਭਰੇ ਭੰਡਾਰ। ਉਹਦੇ ਕੋਲ ਕਿਸੇ ਗੱਲ ਦੀ ਕਮੀ ਨਹੀਂ ਹੈ। ਉਹ ਸਾਰਿਆਂ ਵਿੱਚ ਵਸਿਆ ਹੋਇਆ ਦੇਖਿਆ, ਗੁਰੂ ਦੇ ਦੁਆਰਾ ਉਸ ਨੂੰ ਦੇਖਿਆ ਹੈ, ਸਮਝਿਆ ਹੈ। ਗੁਰ ਸ਼ਬਦੀ ਗੋਬਿੰਦ ਗੱਜਿਆ। ਗੱਜਿਆ ਤੋਂ ਭਾਵ ਹੈ ਗਰਜਣਾ, ਪ੍ਰਗਟ ਹੋਣਾ। ਜਿਵੇਂ ਬੱਦਲ ਪ੍ਰਗਟ ਹੁੰਦਾ ਹੈ ਤੇ ਨਾਲ ਹੀ ਗਰਜਣਾ ਪ੍ਰਗਟ ਹੋ ਜਾਂਦੀ ਹੈ। ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਗੁਰੂ ਦਾ ਸ਼ਬਦ ਪ੍ਰਗਟ ਹੋ ਜਾਂਦਾ ਹੈ ਨਾ, ਫਿਰ ਉਹ ਚੁੱਪ ਨਹੀਂ ਰਹਿ ਸਕਦਾ। ਉਹ ਅਨਿਆਂ ਨੂੰ ਦੇਖ ਕੇ, ਬੇਈਮਾਨੀ ਨੂੰ ਦੇਖ ਕੇ ਉਹ ਚੁੱਪ ਨਹੀਂ ਰਹਿ ਸਕਦਾ। ਉਹ ਬੋਲਦਾ ਹੈ, ਉਹ ਗਰਜਦਾ ਹੈ। ਗੁਰੂ ਨਾਨਕ ਸਾਹਿਬ ਸੰਸਾਰ ਵਿੱਚ ਗਰਜੇ। ਉਹਨਾਂ ਨੇ ਸੰਸਾਰ ਵਿੱਚ ਪਰਮੇਸ਼ਵਰ ਦੇ ਗਿਆਨ ਨੂੰ ਪ੍ਰਗਟ ਕੀਤਾ, ਦੁਨੀਆ ਦੇ ਲੋਕਾਂ ਨੂੰ ਦੱਸਿਆ ਕਿ ਦੁਨੀਆ ਦੇ ਲੋਕੋ, ਪਰਮੇਸ਼ਵਰ ਨੇ ਹੀ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਹੈ, ਉਹੀ ਚਲਾ ਰਿਹਾ ਹੈ। ਜਿਨ੍ਹਾਂ ਤਾਕਤਾਂ ਨੂੰ ਮਨੁੱਖ ਪਰਮੇਸ਼ਵਰ ਸਮਝੀ ਬੈਠਾ ਸੀ, ਸਤਿਗੁਰ ਕਹਿੰਦੇ ਇਹ ਸਾਰੇ ਮਨੁੱਖ ਦੀਆਂ ਸੇਵਾਦਾਰ ਤਾਕਤਾਂ ਹਨ। ਚਾਹੇ ਸੂਰਜ ਹੈ, ਚੰਦਰਮਾ ਹੈ, ਤਾਰੇ ਹਨ, ਚਾਹੇ ਵਨਸਪਤੀ ਹੈ, ਇਹ ਸਭ ਮਨੁੱਖ ਦੀ ਸੇਵਾ ਵਿੱਚ ਹਨ। ਭੈ ਵਿੱਚ ਪਵਨ ਵਹਿ ਸਦ ਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਹਰ ਇੱਕ ਜੀਵ, ਹਰ ਇੱਕ ਵਸਤੂ ਪਰਮੇਸ਼ਵਰ ਦੇ ਭੈ ਵਿੱਚ ਹੈ, ਪਰ ਮਨੁੱਖ ਨੂੰ ਪਰਮੇਸ਼ਵਰ ਨੇ ਭੈ ਵਿੱਚ ਨਹੀਂ, ਭਾਉ ਵਿੱਚ ਰੱਖਿਆ ਹੈ। ਜੇ ਮਨੁੱਖ ਭਾਉ ਵਿੱਚ ਰਹੇ, ਪਰਮੇਸ਼ਵਰ ਦੇ ਅਦਬ ਵਿੱਚ ਰਹੇ, ਤੇ ਪਰਮੇਸ਼ਵਰ ਤੋਂ ਸਾਰੀਆਂ ਤਾਕਤਾਂ ਲੈ ਸਕਦਾ ਹੈ। ਮੇਰੀ ਬਾਂਦੀ ਭਗਤ ਛਡਾਵੈ, ਬੰਧੈ ਭਗਤ ਨਾ ਛੂਟੈ, ਮੋਹ ਹੈ ਏਕ ਸਮੈ ਮੋਕੋ ਗਹਿ ਬੰਧੈ, ਤੋ ਮੋਪੈ ਜਵਾਬ ਨਾ ਹੋਵੈ। ਮਨੁੱਖ ਕੋਲ ਇੰਨੀ ਤਾਕਤ ਹੈ, ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਵਰ ਨੇ ਇਸ ਨੂੰ ਇੰਨਾ ਸੁਪਰੀਮ ਬਣਾਇਆ ਹੈ। ਅਗਰ ਭਾਉ ਦੇ ਵਿੱਚ ਰਹੇਗਾ, ਅਦਬ ਦੇ ਵਿੱਚ ਰਹੇਗਾ, ਹੁਕਮ ਦੇ ਵਿੱਚ ਰਹੇਗਾ, ਤੇ ਪਰਮਾਤਮਾ ਇਹਦੀਆਂ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਹੈ। ਬਾਕੀ ਸਾਰੇ ਪਰਮੇਸ਼ਵਰ ਦੇ ਹੁਕਮ ਵਿੱਚ ਚੱਲਦੇ ਹਨ, ਪਰਮੇਸ਼ਵਰ ਆਪਣੇ ਪਿਆਰਿਆਂ ਦੇ ਹੁਕਮ ਵਿੱਚ ਚੱਲਦਾ ਹੈ। ਦੇਖੋ ਕਿੱਡੀ ਵੱਡੀ ਗੱਲ ਹੈ। ਸਤਿਗੁਰ ਕਹਿੰਦੇ ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪਹਿ ਸੇਵਕ, ਤਤਕਾਲ ਹੋਏ ਆਵੈ। ਇੰਨੀ ਵੱਡੀ ਅਵਸਥਾ ਮਨੁੱਖ ਨੂੰ ਦਿੱਤੀ ਹੈ ਪਰਮੇਸ਼ਵਰ ਨੇ। ਪਰ ਜਦੋਂ ਅਸੀਂ ਗੁਰਮਤਿ ਦੇ ਦੁਆਰਾ ਉਸ ਪਰਮੇਸ਼ਵਰ ਦੇ ਚਰਨਾਂ ਵਿੱਚ ਆਪਣੇ ਮਨ ਨੂੰ ਹਾਜ਼ਰ ਰੱਖਦੇ ਹਾਂ, ਸੋ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਗੁਰੂ ਸ਼ਬਦ ਦੇ ਦੁਆਰਾ ਉਹ ਜੋ ਆਨੰਦ ਮੂਲ ਪਰਮੇਸ਼ਵਰ ਹੈ, ਉਹ ਹਿਰਦੇ ਰੂਪੀ ਘਰ ਵਿੱਚ ਪ੍ਰਗਟ ਹੋ ਆਇਆ ਹੈ। ਆਦ ਜੁਗਾਦ ਪਰਮੇਸ਼ਵਰ ਜੋ ਹੈ ਉਹ ਮੁੱਢ ਤੋਂ ਹੈ। ਵੇਸ ਹਰ ਏਕੋ, ਮਤ ਗੁਰਮਤਿ ਹਰ ਪ੍ਰਭ ਭਜਿਆ। ਸਤਿਗੁਰ ਕਹਿੰਦੇ ਉਹ ਪਰਮੇਸ਼ਵਰ ਆਦ ਹੈ, ਇਹ ਸ੍ਰਿਸ਼ਟੀ ਦਾ ਮੂਲ ਹੈ। ਜੁਗਾਦ, ਜਦੋਂ ਯੁਗਾਂ ਦਾ ਆਦ ਹੋਇਆ ਹੈ, ਉਦੋਂ ਵੀ ਪਰਮੇਸ਼ਵਰ ਹੀ ਹੈ। ਵੇਸ ਹਰ ਏਕੋ, ਤੇ ਮੁੱਢ ਤੋਂ ਲੈ ਕੇ ਵਰਤਮਾਨ ਤੱਕ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਹੈ। ਸੰਸਾਰ ਵਿੱਚ ਅਸੀਂ ਬਹੁਤ ਬਦਲਾਵ ਦੇਖੇ ਹਨ। ਘਰ ਬਦਲ ਗਏ, ਰਸਤੇ ਬਦਲ ਗਏ, ਪਹਿਰਾਵੇ ਬਦਲ ਗਏ, ਖਾਣ ਪਾਨ ਬਦਲ ਗਏ, ਜੀਵਨ ਵਿੱਚ ਬਹੁਤ ਬਦਲਾਵ ਹੈ। ਪਰ ਪਰਮੇਸ਼ਵਰ ਦੇ ਵਿੱਚ ਕੋਈ ਬਦਲਾਵ ਨਹੀਂ ਹੈ। ਆਦ ਜੁਗਾਦ ਵੇਸ ਹਰ ਏਕੋ, ਮਤ ਗੁਰਮਤਿ ਹਰ ਪ੍ਰਭ ਭਜਿਆ। ਇਹ ਅਵਸਥਾ ਉਹਨਾਂ ਨੂੰ ਪ੍ਰਾਪਤ ਹੋਈ ਜਿਨ੍ਹਾਂ ਨੇ ਆਪਣੀ ਮਤ ਅੰਦਰ ਗੁਰਮਤਿ ਦੇ ਦੁਆਰਾ ਉਸ ਪਰਮੇਸ਼ਵਰ ਨੂੰ ਭਜਿਆ ਹੈ, ਸਿਮਰਿਆ ਹੈ। ਵੈਸੇ ਇਹ ਪਤਾ ਨਹੀਂ ਲੱਗਦਾ। ਜੋ ਗੁਰੂ ਸਾਹਿਬ ਸਾਨੂੰ ਦੱਸ ਰਹੇ ਹਨ, ਅਸੀਂ ਸੁਣ ਸਕਦੇ ਹਾਂ, ਕਹਿ ਸਕਦੇ ਹਾਂ, ਲੇਕਿਨ ਸਮਝ ਅਸਲ ਵਿੱਚ ਜੀਵਨ ਵਿੱਚ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਅਸੀਂ ਗੁਰਮਤਿ ਦੇ ਦੁਆਰਾ ਗੁਰੂ ਦੀ ਮੱਤ ਨੂੰ ਆਪਣੇ ਮਨ ਵਿੱਚ ਧਾਰਨ ਕਰਦੇ ਹਾਂ। ਸਤਿਗੁਰ ਕਹਿੰਦੇ ਹਨ, ਆਦ ਜੁਗਾਦ ਵੇਸ ਹਰ ਏਕੋ, ਮਤ ਗੁਰਮਤਿ ਹਰ ਪ੍ਰਭ ਭਜਿਆ। ਜਿਨ੍ਹਾਂ ਨੇ ਗੁਰੂ ਦੀ ਮੱਤ ਦੇ ਦੁਆਰਾ ਪਰਮੇਸ਼ਰ ਨੂੰ ਭਜਿਆ ਹੈ, ਸਿਮਰਿਆ ਹੈ। ਯਤਨ ਤੇ ਬਹੁਤ ਕਰਦੇ ਹਨ, ਕਈ ਸਾਧਨ ਹਨ। ਕੋਈ ਕਿਸੇ ਤਰੀਕੇ ਦੇ ਨਾਲ, ਕੋਈ ਕਿਸੇ ਤਰੀਕੇ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਦਾ ਯਤਨ ਕਰਦਾ ਹੈ। ਪਰ ਕਲਯੁਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਜੋ ਮੰਤਰ ਬਖਸ਼ਿਸ਼ ਕੀਤਾ ਹੈ, ਉਹ ਹੈ ਸਿਮਰਨ, ਉਹ ਹੈ ਚੇਤਾ, ਉਹ ਹੈ ਪਰਮੇਸ਼ਰ ਦੀ ਯਾਦ।
ਹਿਰਦੇ ਵਿੱਚ ਰਹੇ। ਇਹ ਸਭ ਤੋਂ ਵੱਡਾ ਕਰਮ ਹੈ ਕਲਯੁਗ ਦੇ ਅੰਦਰ। ਨਾਨਕ ਕੇ ਘਰ ਕੇਵਲ ਨਾਮ। ਗੁਰੂ ਨਾਨਕ ਸਾਹਿਬ ਜੀ ਨੇ ਕੇਵਲ ਨਾਮ ਚੇਤਾ ਪਰਮੇਸ਼ਵਰ ਦਾ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਉਹਨਾਂ ਨੂੰ ਉਸ ਪਰਮੇਸ਼ਵਰ ਦਾ ਸਵਰੂਪ ਸਮਝ ਵਿੱਚ ਆਇਆ ਹੈ ਜੋ ਪਰਮੇਸ਼ਵਰ ਨੂੰ ਗੁਰੂ ਦੇ ਦੁਆਰਾ ਸਿਮਰਦੇ ਹਨ। ਹਰ ਦੇਵਹੁ ਦਾਨ ਦਇਆਲ ਪ੍ਰਭ, ਜਨ ਰਾਖਹੁ ਹਰ ਪ੍ਰਭ ਲੱਜਿਆ। ਹਰ ਦੇਵਹੁ ਦਾਨ ਦਇਆਲ ਪ੍ਰਭ। ਇਹ ਪਰ ਵਿਸ਼ੇਸ਼ ਕਰਕੇ ਪੰਜਾਂ ਤੱਤਾਂ ਤੋਂ ਪਰੇ ਪਰਮੇਸ਼ਵਰ ਆਪਣੀ ਕਿਰਪਾ ਦਾ, ਆਪਣੇ ਚੇਤੇ ਦਾ, ਆਪਣੇ ਨਾਮ ਦਾ ਦਾਨ ਬਖਸ਼ਿਸ਼ ਕਰੋ। ਜਨ ਰਾਖਹੁ ਹਰ ਪ੍ਰਭ ਲੱਜਿਆ। ਹੇ ਪਰਮਾਤਮਾ, ਆਪਣੇ ਜਨ ਦੀ ਤੁਸੀਂ ਹਮੇਸ਼ਾ ਹੀ ਲਾਜ ਰੱਖੀ ਹੈ, ਸਾਡੀ ਵੀ ਰੱਖੋ। ਗੁਰੂ ਰਾਮਦਾਸ ਪਾਤਸ਼ਾਹ ਸਾਡੇ ਵਾਸਤੇ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ। ਸਾਨੂੰ ਉੱਤਮ ਪੁਰਸ਼ ਹੋ ਕਰਕੇ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਨ ਰਾਖਹੁ ਹਰ ਪ੍ਰਭ ਲੱਜਿਆ, ਅਬ ਰਾਖਹੁ ਦਾਸ ਭਾਟ ਕੀ ਲਾਜ। ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ। ਜਿਵੇਂ ਭੱਟ ਸਾਹਿਬਾਨ ਬੇਨਤੀ ਕਰਦੇ ਹਨ ਨਾ ਸਤਿਗੁਰ ਦੇ ਚਰਨਾਂ ਵਿੱਚ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰੱਖਹੁ ਸ਼ਰਨਾਈ। ਅਸੀਂ ਵੀ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸਤਿਗੁਰ ਵਕਤ ਪੈਣ ਤੇ ਸਾਡੀ ਵੀ ਲਾਜ ਰੱਖਿਓ, ਸਾਡੀ ਵੀ ਸਹਾਇਤਾ ਕਰਿਓ। ਸਭ ਧੰਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰ ਜਿਤ ਮਿਲ ਹਰ ਪੜਦਾ ਕੱਜਿਆ। ਸਤਿਗੁਰ ਕਹਿੰਦੇ, ਹੈ ਭਾਈ, ਇਸ ਰਸਨਾ ਦੇ ਨਾਲ ਐਸੇ ਸਤਿਗੁਰ ਨੂੰ ਸਦਾ ਧੰਨ ਕਹੋ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਧੰਨ ਗੁਰੂ ਕਲਗੀਧਰ ਦਸ਼ਮੇਸ਼ ਪਿਤਾ। ਸਦਾ ਐਸੇ ਸਤਿਗੁਰ ਨੂੰ ਧੰਨ ਕਹੀਏ ਜਿਸ ਸਤਿਗੁਰ ਨੇ ਸਾਡਾ ਪਰਦਾ ਕੱਜਿਆ ਹੈ, ਜਿਸ ਸਤਿਗੁਰ ਨੇ ਸਾਨੂੰ ਇਹ ਸਵਰੂਪ ਬਖਸ਼ਿਸ਼ ਕੀਤਾ ਹੈ, ਜਿਸ ਸਤਿਗੁਰ ਨੇ ਸਾਨੂੰ ਇਹ ਮਾਣ ਵਡਿਆਈ ਬਖਸ਼ਿਸ਼ ਕੀਤੀ ਹੈ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਇਹ ਜੋ ਰੁਤਬੇ ਹਨ, ਇਹ ਜੋ ਮਾਣ ਵਡਿਆਈਆਂ ਹਨ, ਇਹ ਸਰਦਾਰੀਆਂ ਹਨ, ਇਹ ਗੁਰੂ ਦੀ ਬਖਸ਼ਿਸ਼ ਹੈ, ਇਹ ਗੁਰੂ ਦੀ ਦੇਣ ਹੈ। ਇੱਕ ਵਕਤ ਐਸਾ ਵੀ ਸੀ ਜਦੋਂ ਇਸ ਭਾਰਤ ਦੀ ਮਨੁੱਖਤਾ ਨੂੰ ਦੁਨਿਆਵੀ ਸੁੱਖ ਭੋਗਣ ਦਾ ਅਧਿਕਾਰ ਨਹੀਂ ਸੀ। ਬੜੀ ਦਇਨੀय ਦਸ਼ਾ ਸੀ। ਘੋੜੇ ਤੇ ਨਹੀਂ ਸਵਾਰ ਹੋ ਸਕਦੇ, ਸਰੀਰ ਦੇ ਉੱਤੇ ਚੰਗਾ ਵਸਤਰ ਨਹੀਂ ਪਾ ਸਕਦੇ, ਸਿਰ ਨੂੰ ਢੱਕ ਨਹੀਂ ਸਕਦੇ। ਕਿੰਨਾ ਮੁਸ਼ਕਲ ਵਿਖੜੇ ਪੈਂਡਿਆਂ ਦੇ ਵਿੱਚੋਂ ਇੱਥੋਂ ਦੀ ਮਨੁੱਖਤਾ ਲੰਘੀ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਸੰਸਾਰ ਦੇ ਉੱਤੇ ਇਹ ਹੋਕਾ ਦਿੱਤਾ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸਤਿਗੁਰ ਕਹਿੰਦੇ ਉਹ ਪਰਮੇਸ਼ਵਰ ਨੇ ਹੀ ਸਭ ਨੂੰ ਬਣਾਇਆ ਹੈ। ਕਰਮਾਂ ਕਰਕੇ ਮਨੁੱਖ ਉੱਚਾ ਤੇ ਨੀਵਾਂ ਹੋ ਸਕਦਾ ਹੈ। ਜਨਮ ਤੋਂ ਕੋਈ ਵੀ ਮਨੁੱਖ ਕਿਸੇ ਜਾਤੀ ਕਰਕੇ ਉੱਚਾ ਤੇ ਨੀਵਾਂ ਨਹੀਂ ਹੋ ਸਕਦਾ। ਸੋ ਸਤਿਗੁਰਾਂ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ। ਇਸ ਕਰਕੇ ਅਸੀਂ ਹਮੇਸ਼ਾ ਆਪਣੇ ਸਤਿਗੁਰ ਨੂੰ ਧੰਨ ਹੀ ਕਹਿਣਾ ਹੈ। ਧੰਨਤਾ ਦੇ ਯੋਗ ਹਨ ਸਾਡੇ ਸਤਿਗੁਰੂ। ਗੁਰਸਿੱਖ ਦੇ ਹਿਰਦੇ ਵਿੱਚ ਇੰਨਾ ਪਿਆਰ ਹੋਵੇ, ਇੰਨੀ ਭਾਵਨਾ ਹੋਵੇ, ਇੰਨੀ ਸ਼ਰਧਾ ਹੋਵੇ ਕਿ ਬਹਿੰਦਿਆਂ ਉੱਠਦਿਆਂ ਆਪਣੇ ਸਤਿਗੁਰ ਦਾ ਸ਼ੁਕਰਾਨਾ ਕਰੇ, ਬਹਿੰਦਿਆਂ ਉੱਠਦਿਆਂ ਆਪਣੇ ਸਤਿਗੁਰ ਨੂੰ ਧੰਨ ਕਹੇ। ਸੋ ਸਤਿਗੁਰ ਕਹਿੰਦੇ, ਸਭ ਧੰਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ ਜਿਤ ਮਿਲ ਹਰ ਪੜਦਾ ਕੱਜਿਆ। ਜਿਸ ਦੇ ਦੁਆਰਾ ਪਰਮੇਸ਼ਵਰ ਸਵਰੂਪ ਸਤਿਗੁਰੂ ਨੇ, ਪਰਮਾਤਮਾ ਨੇ ਸਾਡਾ ਪਰਦਾ ਕੱਜਿਆ ਹੈ, ਸਾਨੂੰ ਲਾਜ ਇੱਜ਼ਤ ਮਾਣ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਕਿਰਪਾਲਤਾ ਕਰਨ, ਗੁਰਾਂ ਦਾ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ ਤਾਂ ਕਿ ਸਾਡਾ ਵੀ ਜੀਵਨ ਸਫਲ ਹੋ ਸਕੇ। ਸਤਿਗੁਰਾਂ ਦੀ ਬਾਣੀ ਦਾ ਉਚਾਰਨ ਕਰਦਿਆਂ, ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਰਹਿ ਜਾਂਦੀਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ
ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਰੂਪ ਖਾਲਸਾ ਸਾਧ ਸੰਗਤ ਬਖਸ਼ਣਹਾਰ ਹੋ ਬਖਸ਼ ਲੈਣਾ ਜੀ। ਬਹੁਤ ਬਹੁਤ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਗੁਰੂ ਘਰ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਜੀ ਦਾ, ਸਮੂਹ ਸੇਵਾਦਾਰਾਂ ਦਾ, ਸਾਰੀ ਸੰਗਤ ਦਾ, ਮੈਨੇਜਮੈਂਟ ਦਾ, ਜਿਨ੍ਹਾਂ ਦੇ ਸਹਿਯੋਗ ਨਾਲ ਆਪ ਸੰਗਤਾਂ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਕਹਿ ਨਾਨਕ ਤੈ ਸੁਖ ਹੋਵਾ, ਤਿਤ ਘਰ ਅਨਹਦ ਵਾਜੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਸੰਤ ਸਾਜਨ ਭਏ, ਸਰਸੇ ਪੂਰੇ ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਸਲੋਕ। ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੋਇ ਦਾਈ। ਦਾਇਆ ਖੇਲੈ ਸਗਲ ਜਗਤ, ਕਰਮੀ ਆਪੋ ਆਪਣੀ। ਕੇ ਨੇੜੇ ਕੇ ਦੂਰ,
ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਕੋਇ ਨ ਜਾਣੈ ਤੁਮਰਾ ਅੰਤ। ਊਚੇ ਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰਾ ਸੂਤਰ ਧਾਰੀ। ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮਹੀ ਜਾਨੀ। ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਵਾਹਿਗੁਰੂ ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ। ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ। ਘਰ ਨਉ ਨਿਧਾ ਵੇ ਧਾਏ ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ